ਤੁਹਾਡਾ ਵਕੀਲ ਬਣਨ ਦੀ ਇੱਛਾ ਕਿਉਂ ਸੀਗੀ? ਵਾਸ ਦੇयर ਅ ਸਰਟਨ ਰੀਜ਼ਨ, ਪਾਰਟਿਕੂਲਰ ਰੀਜ਼ਨ ਸੀਗਾ ਵੀ ਤੁਸੀਂ ਲਾਅ ਨੂੰ ਚੂਜ਼ ਕੀਤਾ? ਐਕਚੁਅਲੀ ਮੇਨ ਗੱਲ ਇਹ ਸੀ ਕਿ ਵੀ ਜਦੋਂ ਅਸੀਂ ਯੂਟਾ 'ਚ ਰਹਿੰਦੇ ਸੀਗੇ ਨਾ, ਅਸੀਂ ਇੱਕ ਸਟੋਰ ਖਰੀਦ ਲਿਆ ਸੀਗਾ ਗੈਸ ਸਟੇਸ਼ਨ ਤੇ ਉਸ ਟਾਈਮ ਦੇ ਵਿੱਚ ਹੁਣ ਮੰਮੀ ਡੈਡੀ ਨੂੰ ਦੋਨਾਂ ਨੂੰ ਇੰਗਲਿਸ਼ ਦੀ ਬਾਹਲੀ ਕਾਰਵਾਈ ਹੁੰਦੀ ਸੀ। ਉਹਨਾਂ ਨੇ ਗੈਸ ਸਟੇਸ਼ਨ ਖਰੀਦਿਆ ਤੇ ਉਸ ਟਾਈਮ ਦੇ ਵਿੱਚ 2 ਸਾਲਾਂ ਦੇ ਵਿੱਚ ਜਿਹੜੀ ਗੈਸ ਸਟੇਸ਼ਨ ਸੀ, ਉਹ ਗੈਸ ਸਟੇਸ਼ਨ ਤੇ ਸੇਲ ਲਾਈਕ 300-400% ਮੰਮੀ ਡੈਡੀ ਨੇ ਉਹ ਵਧਾ ਦਿੱਤੀ ਤੇ ਫਿਰ ਮੁੜ ਕੇ ਜਿਹੜਾ origignal ਓਨਰ ਸੀ, ਉਹ ਓਨਰ ਆ ਕੇ ਕਹਿੰਦਾ ਕਿ ਵੀ ਜੀ ਵੀ ਸਟੋਰ ਇਹ ਸਾਡਾ। ਬਟ ਉਸ ਟਾਈਮ ਦੇ ਉੱਤੇ ਫਿਰ ਕੰਟਰੈਕਟ ਵਗੈਰਾ ਦੇਖ ਦੁਖ ਕੇ ਸਾਨੂੰ ਪਤਾ ਲੱਗਾ ਕਿ ਵੀ ਜੀ ਵੀ ਅਸੀਂ ਗੈਸ ਸਟੇਸ਼ਨ ਪਰਚੇਸ ਨਹੀਂ ਸੀ ਕੀਤਾ, ਉਹ ਸਿਰਫ ਐਜ਼ ਅ ਲੀਜ਼ ਜਾਂ ਜਿਵੇਂ ਐਜ਼ ਅ ਰੈਂਟ ਕਹਿ ਸਕਦੇ ਹਾਂ, ਉਹ ਐਜ਼ ਅ ਰੈਂਟ ਰੱਖਿਆ। ਉਹ ਉਹਨਾਂ ਦਾ ਜਿਵੇਂ ਫਾਇਦਾ ਉਠਾਇਆ ਗਿਆ ਕਿਉਂਕਿ ਉਹਨਾਂ ਨੂੰ ਇੰਗਲਿਸ਼ ਲੈਂਗੁਏਜ ਦੀ ਸਮਝ ਨਹੀਂ ਸੀ। ਐਟ ਦੈਟ ਟਾਈਮ, ਉਸ ਟਾਈਮ ਫਿਰ ਅਸੀਂ ਸੋਚਿਆ ਕਿ ਵੀ ਇਹ ਜੀ ਜਿਹੜਾ ਧੱਕਾ ਹੋਇਆ ਵੀ ਇਹ ਫੇਰ ਹਨਾ ਕਦੇ ਨਾ ਹੋਵੇ ਕਿ ਵੀ ਬੰਦੇ ਨੂੰ ਸਿਰਫ ਅੰਗਰੇਜ਼ੀ ਨਾ ਆਉਣ ਦੇ ਕਰਕੇ ਬੰਦੇ ਨੂੰ ਬੈਂਕਰਪਸੀ ਹੋ ਜਾਵੇ, ਉਹ ਬੰਦੇ ਦਾ ਘਰ ਛੁੱਟਿਆ। ਇਹ ਮੇਨ ਪ੍ਰਾਇਮਰੀ ਰੀਜ਼ਨ ਤਾਂ ਇਹੀ ਸੀ ਉਸ ਟਾਈਮ ਦਾ। ਸੋ ਨਵਰਾਜ, ਕਿੰਨੀ ਉਮਰ ਸੀਗੀ ਜਦੋਂ ਤੁਸੀਂ ਗ੍ਰੈਜੂਏਟ ਹੋ ਗਏ, ਅਟਰਨੀ ਜਿਹੜੇ ਆ ਤੁਸੀਂ ਹੋ ਗਏ, ਬਾਰ ਜਿਹੜੀ ਉਹ ਕਰ ਲਈ ਤੁਸੀਂ? ਬੈਚਲਰਸ ਜੀ ਅਸੀਂ ਕੰਪਲੀਟ ਕੀਤੀ ਜਦੋਂ ਅਸੀਂ 19 ਸੀਗੇ। ਉਸ ਤੋਂ ਬਾਅਦ ਜਿਹੜਾ ਲਾਅ ਸਕੂਲ ਸੀ, ਆਈ ਥਿੰਕ ਲਾਅ ਸਕੂਲ ਅਸੀਂ ਕੰਪਲੀਟ ਕੀਤੀ ਆਫਟਰ ਅਬਾਊਟ 3 ਇਅਰਸ। ਅਟਰਨੀ ਹੋਣ ਮੈਨੂੰ ਬਣੇ ਹੋਏ ਨੂੰ 5 ਸਾਲ ਹੋ ਗਏ। ਤੁਸੀਂ ਸਾਬਤ ਸੂਰਤ ਆ ਆਪਣੇ ਦੂਜੇ ਸਿੱਖਾਂ ਤੁਸੀਂ ਕੈਲੀਫੋਰਨੀਆ ਸਟੇਟ ਦੇ ਵਿੱਚ ਜੋ ਇਸ ਦਿੱਖ ਦੇ ਨਾਲ ਜੱਜ ਦੇ ਅਹੁਦੇ ਦੇ ਉੱਤੇ ਤੁਸੀਂ ਪਹੁੰਚੇ ਆ। ਇਸ ਸਟਰਗਲ ਦੇ ਵਿੱਚ, ਇਸ ਪੂਰੇ ਵਰਤਾਰੇ ਦੇ ਵਿੱਚ ਤੁਹਾਨੂੰ ਸਿੱਖੀ ਨੇ ਕਿੱਦਾਂ ਮਦਦ ਕੀਤੀ? ਲਾਈਕ ਵੇਅਰ ਡੂ ਯੂ ਸੀ ਤੁਹਾਨੂੰ ਧਰਮ ਨੇ, ਸਿੱਖੀ ਨੇ ਕਿੱਦਾਂ ਇਸ ਤੱਕ ਪ੍ਰੇਰਨਾ ਦਿੱਤੀ? ਸਿੱਖੀ ਕਰਕੇ ਜੀ ਮੈਨੂੰ ਮੇਰੀ ਪਹਿਲੀ ਜੌਬ ਮਿਲੀ ਹੈ। ਸਿੱਖੀ ਪ੍ਰਿੰਸੀਪਲ ਦੇ ਉੱਤੇ ਅਸੀਂ ਉਹ ਜੌਬ ਦੇ ਉੱਤੇ ਲੱਗੇ, ਜਿਵੇਂ ਆਪਣੇ ਮਹਾਰਾਜ ਕਹਿੰਦੇ ਨੇ ਕਿ ਵੀ ਵੰਡ ਕੇ ਛਕੋ, ਕਿਰਤ ਕਰੋ, ਨਾਮ ਜਪੋ। ਬਿਲਕੁਲ। ਆਹੀ ਜਿਹੜੇ 3 ਗਾਈਡਿੰਗ ਪ੍ਰਿੰਸੀਪਲ ਸੀਗੇ, ਅਸੀਂ ਉਹੀ ਵਰਤੇ। ਤੁਸੀਂ ਉਹ ਫੀਲ ਕੀਤਾ ਉਦੋਂ ਜਦੋਂ ਪਹਿਲੀ ਵਾਰੀ ਤੁਹਾਡੇ ਕੋਰਟ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਨਵਰਾਜ ਰਾਏ ਫॉर द ਪੀਪਲ, ਜਦੋਂ ਇਹ ਚੀਜ਼ ਸੁਣੀ, what was like goosebumps? ਬਿਲਕੁਲ ਜੀ, it was lots of goosebumps। ਤੇ ਇਦਾਂ ਸੀ ਕਿ ਵੀ ਓਕੇ ਜੀ, ਵੀ ਹੁਣ ਅਸੀਂ ਇੱਥੇ ਪਹੁੰਚ ਗਏ ਤੇ ਹੁਣ ਅਸੀਂ ਸਿੱਖਾਂ ਦੇ ਬਿਹਾਫ ਦੇ ਜਸਟਿਸ ਅਸੀਂ ਲੜਨੀ ਆ ਤੇ ਹੁਣ ਅਸੀਂ ਦਿਖਾਉਣਾ ਆ। ਹੁਣ ਇਹ ਟਾਈਮ ਹੈਗਾ ਆ ਪ੍ਰਚਾਰ ਕਰਨ ਦਾ। what do Sikhs stand for? Justice, equality, protecting those who cannot protect themselves। ਜਿਵੇਂ ਅਸੀਂ ਕਿਰਪਾਨ ਦੀ ਸਿੰਬਲਿਜ਼ਮ ਜੇ ਅਸੀਂ ਦੇਖ ਲਈਏ ਵੀ ਉਹਦਾ ਮਤਲਬ ਕੀ ਆ, ਉਹਨੂੰ ਤੁਸੀਂ ਐਜ਼ ਅ ਜੌਬ ਡਿਸਕ੍ਰਿਪਸ਼ਨ ਦੇ ਹਿਸਾਬ ਨਾਲ ਜੇ ਤੁਸੀਂ ਦੇਖ, ਸੇਮ ਥਿੰਗ, protect those ਮਜਲੂਮ ਲਈ ਖੜਨਾ। ਬਿਲਕੁਲ। ਸਾਰਿਆਂ ਨੂੰ ਪਤਾ ਵੀ ਇੱਕ ਪਬਲਿਕ ਪ੍ਰੋਸੀਕਿਊਟਰ, ਇੱਕ ਵਕੀਲ ਜਿਹੜਾ ਪ੍ਰਾਈਵੇਟ ਪ੍ਰੈਕਟਿਸ ਕਰ ਰਿਹਾ ਆ, ਪੇ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਸੋ ਯੂ ਕੈਪਟ ਗੋਇੰਗ। ਤੁਸੀਂ ਆਪਣੀ ਜਿਹੜੀ ਪ੍ਰਾਈਵੇਟ ਪ੍ਰੈਕਟਿਸ ਵੀ ਜਿਹੜੀ ਉਹ ਕੀਤੀ ਸੀ ਕਿ ਨਾਲ? ਹਾਂਜੀ ਜੀ। ਸੋ ਜਦੋਂ ਤੁਸੀਂ ਪ੍ਰੋਸੀਕਿਊਟਰ ਬਣਦੇ ਹੋ, ਉਦੋਂ ਉਸ ਟਾਈਮ ਦੇ ਉੱਤੇ ਤੁਸੀਂ ਸਿਰਫ ਉਸ ਪੱਧਰ ਦੇ ਉੱਤੇ ਖੜੇ ਹੋ। ਸੋ ਜਦੋਂ ਤੁਸੀਂ ਐਜ਼ ਅ ਪ੍ਰੋਸੀਕਿਊਟਰ ਹੋ ਜਾਂ ਸਰਕਾਰੀ ਵਕੀਲ ਆਪਾਂ ਕਹਿ ਦਿੰਦੇ ਹਾਂ, ਸਿਰਫ ਸਰਕਾਰੀ ਵਕੀਲ ਹੀ ਬਣ ਸਕਦੇ ਹੋ, ਤੁਹਾਡਾ ਆਪਣਾ ਪ੍ਰਾਈਵੇਟ ਪ੍ਰੈਕਟਿਸ ਨਹੀਂ ਹੋ ਸਕਦਾ। ਓਕੇ। ਤੁਸੀਂ ਜਿੱਦਾਂ ਦੱਸਿਆ ਵੀ 16 ਤਰੀਕ ਨੂੰ ਸਹੁੰ ਚੁੱਕੀ ਕਰਨ ਕਾਉਂਟੀ ਦੇ ਸੁਪੀਰੀਅਰ ਕੋਰਟ ਦੇ ਪ੍ਰੋ ਟਰਮ ਜਿਹੜੇ ਉਹ ਜੱਜ ਜਿਹੜੇ ਉਹ ਬਣੇ ਆ, ਸਹੁੰ ਚੁੱਕੀ ਆ। ਵਾਟ ਵਾਸ ਇਟ ਫੀਲ ਲਾਈਕ? ਕਦੋਂ ਤੁਹਾਨੂੰ ਪਤਾ ਲੱਗਾ ਸੀਗਾ ਵੀ ਤੁਹਾਨੂੰ ਜੱਜ ਨਿਯੁਕਤ ਕੀਤਾ ਜਾ ਰਿਹਾ ਹੈ? ਉਸ ਟਾਈਮ ਤੇ ਵੀ ਜੀ ਹਨਾ ਬੰਦੇ ਨੂੰ ਉਹ ਜਿਵੇਂ ਲਾਈਕ ਐਜ਼ ਅ ਸੁਪਰਨੈਚੁਰਲ ਫੀਲਿੰਗ, ਜਿਵੇਂ ਨਹੀਂ ਕਹਿ ਦਿੰਦੇ ਕਿ ਵੀ ਇਟਸ ਲਾਈਕ ਅ ਸਰਰੀਅਲ, ਕਿ ਬੰਦੇ ਨੂੰ ਯਕੀਨ ਨਹੀਂ ਹੋ ਰਿਹਾ ਕਿ ਵੀ ਹਾਂ ਇਹ ਚੀਜ਼ ਹੋ ਰਿਹਾ। ਚੁੰਡੀ ਵੱਡੀ ਫਿਰ ਜਦੋਂ ਅਸੀਂ ਸਹੁੰ ਚੁੱਕ ਰਹੇ ਸੀਗੇ ਨਾ, ਜਦੋਂ ਅਸੀਂ ਸੰਗਤ ਵੱਲ ਦੇਖਦੇ ਹਾਂ, ਉਸ ਟਾਈਮ ਤੇ ਵੀ ਜੀ ਪਤਾ ਲੱਗਾ ਕਿ ਵੀ ਨਹੀਂ, ਵੀ ਇਹ ਜਿਹੜਾ ਮੂਮੈਂਟ ਆ, ਇਹ ਮੂਮੈਂਟ ਇਜ਼ ਬਿਗਰ ਦੈਨ ਆਈ ਰੀਅਲਾਈਜ਼ਡ। ਕਿਉਂਕਿ ਇਨੀਸ਼ੀਅਲੀ ਜਦੋਂ ਪਤਾ ਲੱਗਾ ਸਾਨੂੰ ਨਿਊਜ਼ ਬਾਰੇ, ਮੈਂ ਕਿਹਾ ਕਿ ਵੀ ਓਕੇ, ਵੀ ਅਸੀਂ ਹੁਣ ਕੰਮ ਕਰਦੇ ਰਹੇ ਤੇ ਦਿਸ ਇਜ਼ ਜਸਟ ਲਾਈਕ ਨੋਰਮਲ ਪੋਜੀਸ਼ਨ, ਕਿ ਵੀ ਦਿਸ ਇਜ਼ ਆਲ ਇਟ ਵਾਜ਼, ਕਿ ਵੀ ਅਸੀਂ ਕੰਮ ਕਰਦੇ ਰਹੇ, ਪੋਜੀਸ਼ਨ ਮਿਲ ਗਈ ਐਂਡ ਸੋ ਦੈਟ ਵਾਜ਼ ਇਟ। ਪਰ ਜਦੋਂ ਅਸੀਂ ਸਹੁੰ ਚੁੱਕੀ ਤੇ ਅਸੀਂ ਸੰਗਤ ਵੱਲ ਦੇਖਿਆ, ਉਦੋਂ ਜੀ ਮਹਿਸੂਸ ਕਾਫੀ ਹੋਇਆ ਕਿ ਵੀ ਓਕੇ ਜੀ, ਵੀ ਆਈ ਥਿੰਕ ਵੀ ਕਮਿਊਨਿਟੀ ਵਾਸਤੇ ਇੱਕ ਪ੍ਰਾਊਡ ਮੂਮੈਂਟ ਹੈ, ਕਮਿਊਨਿਟੀ not for me personally but for the community as well। personally ਵੀ ਆ ਇੱਕ ਪ੍ਰਾਊਡ ਮੂਮੈਂਟ। ਪਰਸਨਲੀ ਜੀ ਉਹ ਤਾਂ ਹੁਣ ਉਸ ਟਾਈਮ ਦਿੱਤੇ ਸਾਨੂੰ ਇਦਾਂ ਸੀ ਕਿ ਵੀ ਚੱਲ ਅਸੀਂ ਹੁਣ ਡਟ ਕੇ ਕੰਮ ਕੀਤਾ ਹੈ ਤੇ ਨਾਲੇ ਹੁਣ ਅਸੀਂ ਇਸ ਪੋਸਟ ਤੇ ਪਹੁੰਚ ਗਏ, ਓਕੇ ਕੂਲ, ਨਾਓ ਔਨ ਟੂ ਦ ਨੈਕਸਟ ਥਿੰਗ, ਯੂ ਨੋ। ਪਰ ਜਿਹੜੀ ਉਹ ਹੈਵੀਨੈਸ ਹੈ ਉਸ ਮੂਮੈਂਟ ਦੀ, ਉਹ ਤਾਂ ਉਦੋਂ ਪਤਾ ਲੱਗਿਆ ਜਦੋਂ ਅਸੀਂ ਕਮਿਊਨਿਟੀ ਵੱਲ ਦੇਖਿਆ ਤੇ ਨਾਲੇ ਕਮਿਊਨਿਟੀ ਜਦੋਂ ਤੁਹਾਡੇ ਭਰਿਆ ਪਿਆ ਸੀ। ਜਦੋਂ ਸਹੁੰ ਚੁੱਕ ਰਹੇ ਸੀ ਲੋਕ, ਦੂਰੋਂ ਨੇੜਿਓਂ ਪਹੁੰਚੇ ਸੀਗੇ ਨਵਰਾਜ ਨੂੰ ਸਹੁੰ ਚੁੱਕਦੇ ਦੇਖਣ ਲਈ। ਸਾਨੂੰ ਦੱਸੋ ਵੀ ਇੱਕ ਜੱਜ ਦੀ ਫਿਰ ਜ਼ਿੰਦਗੀ ਕਿੱਦਾਂ ਦੀ ਹੁੰਦੀ ਆ ਫਿਰ? ਬਿਲਕੁਲ ਜੀ। ਸੋ ਕੋਰਟ ਰੂਮ ਦੇ ਵਿੱਚ ਜੋ ਤੁਸੀਂ ਜਾਣਦੇ ਹੋ, ਸਕੈਜੂਅਲ ਉਸ, ਲੈਟ ਮੀ ਬ੍ਰੇਕ ਇਟ ਡਾਊਨ।
ਹੁਣ ਜਿਵੇਂ ਸਾਡਾ ਜਿਹੜਾ ਪਹਿਲਾਂ ਸ਼ੁਰੂਆਤ ਉੱਥੇ ਟ੍ਰੈਫਿਕ ਕੋਰਟ ਦੇ ਵਿੱਚ ਜਿਵੇਂ ਅਸੀਂ ਗੱਲ ਕਰਦੇ ਸੀ, ਹੂੰ, ਹੁਣ ਜਿਹਨੇ ਵੀ ਟ੍ਰੈਫਿਕ ਟਿਕਟਾਂ ਕਰਨ ਕਾਊਂਟੀ ਦੇ ਵਿੱਚ ਉਹਨਾਂ ਨੇ ਦਿੱਤੇ ਨੇ, ਉਹਨਾਂ ਦੇ ਉੱਤੇ ਤਰੀਕ ਹੈਗੀ ਆ। ਹੂੰ, ਹੂੰ, ਉਹ ਜਿਹੜੀ ਤਰੀਕ ਹੈਗੀ ਆ, ਉਹਨਾਂ ਨੇ ਜੀ ਸਾਨੂੰ ਦੱਸ ਦੇਣਾ ਕਿ ਵੀ ਜੱਜ ਸਾਹਿਬ ਵੀ ਆਹ ਤੁਹਾਡਾ ਸਕੇਜੂਲ ਆ, ਤੇ ਹੂੰ, ਆਹ ਤਰੀਕ ਆ, ਤੇ ਹੂੰ, ਤੁਸੀਂ ਉੱਥੇ ਪਹੁੰਚਣਾ ਹੈ। ਤੇ ਹੂੰ, ਅਸੀਂ ਉੱਥੇ ਪਹੁੰਚ ਕੇ ਭਾਵੇਂ ਉਹ ਦਿਨ 100 ਕੇਸ ਹੋ ਸਕਦੇ ਨੇ, 200 ਕੇਸ ਹੋ ਸਕਦੇ ਨੇ, 250 ਕੇਸ ਹੋ ਸਕਦੇ ਨੇ, ਪਰ ਉਹ ਹੂੰ, ਜਿਹੜਾ ਕੈਲੰਡਰ ਹੈ, ਉਹ ਕੈਲੰਡਰ ਤੁਹਾਡੀ ਜ਼ਿੰਮੇਵਾਰੀ ਆ, ਤੁਸੀਂ ਉਹ ਕੈਲੰਡਰ ਹੈਂਡਲ ਕਰਨਾ ਆ ਆਪਣੇ ਆਪ ਹਿਸਾਬ ਨਾਲ। ਆਪਣੇ ਆਪ ਸਾਰਾ। ਸੋ ਹੂੰ, ਨੰਬਰਸ ਚੇਂਜ ਐਵਰੀ ਡੇ, ਯੂ ਨੋ, ਵੱਧ ਘੱਟ ਹੋਈ ਜਾਂਦੇ ਨੇ, ਬਟ ਉਹ ਸਾਨੂੰ ਦੱਸ ਦਿੰਦੇ ਨੇ ਕਿ ਵੀ ਆਹ ਦਿਨ ਦੇ ਉੱਤੇ ਆਹ ਤੁਹਾਡਾ ਕੋਰਟ ਰੂਮ ਆ, ਆਹ ਹੂੰ, ਕੇਸ ਨੇ, ਤੇ ਤਿਆਰੀ ਤੁਸੀਂ ਕਰੋ ਹੂੰ। ਕੇਸ ਸਾਰੇ ਸੁਣਨ ਦੀ। ਸੋ ਫਿਰ 200 ਜਾਂ 100 ਕੇਸ ਜਿਹੜੇ ਵੀ ਹੈਗੇ ਨੇ, ਉਹਦੀ ਰਿਵਿਊ ਕਰਕੇ ਅਸੀਂ ਫਿਰ ਜਾ ਕੇ ਜਾਂਦੇ ਹਾਂ। ਕੀ ਕਹਿਣਾ ਚਾਹੁੰਦੇ ਆ ਕਮਿਊਨਿਟੀ ਨੂੰ, ਸਪੈਸ਼ਲੀ ਮਮ ਡੈਡ ਨੂੰ, ਲਾਈਕ ਬਹੁਤ ਮਿਹਨਤ ਕੀਤੀ? ਮੈਂ ਜੀ ਤੁਹਾਡੇ ਸਾਰਿਆਂ ਦਾ ਧੰਨਵਾਦੀ ਹਾਂ, ਸਾਰਿਆਂ ਦਾ ਮੈਂ ਧੰਨਵਾਦੀ ਹਾਂ। ਥੈਂਕ ਯੂ ਤੁਹਾਡਾ ਬਹੁਤ ਬਹੁਤ ਸਾਰਾ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਬੀਰ ਸਿੰਘ। ਅੱਜ ਦਾ ਦ ਸਿੱਖ ਐਕਸੀਲੈਂਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਕੋਈ ਵੀ ਸਿੱਖ ਦੁਨੀਆ 'ਚ ਕਿਤੇ ਵੀ ਆ ਜਿਸ ਨੇ ਕੋਈ ਮੱਲਾਂ ਮਾਰੀਆਂ ਆ, ਉਸ ਦੀ ਕਹਾਣੀ ਦੇ ਵਿੱਚੋਂ ਜਿਹੜੀ ਸਿੱਖੀ ਵੀ ਝਲਕਦੀ ਆ, ਉਸ ਦੀ ਮਿਹਨਤ ਵੀ ਝਲਕਦੀ ਆ, ਤੇ ਉਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਹੁੰਦੀਆਂ ਜਿਹਦੇ ਤੋਂ ਆਪਾਂ ਕੁਛ ਨਾ ਕੁਛ ਸਿੱਖਦੇ ਹਾਂ। ਇਸ ਪ੍ਰੋਗਰਾਮ ਦੇ ਜ਼ਰੀਏ ਮੇਰੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਕੁਛ ਅਜਿਹੇ ਚਿਹਰੇ, ਅਜਿਹੇ ਜਿਹੜੀਆਂ ਪਰਸਨੈਲਿਟੀਜ਼ ਆ, ਉਹਨਾਂ ਦੇ ਨਾਲ ਗੱਲਬਾਤ ਕਰੀਏ। ਇੱਕ ਸਿੱਖ ਹੋਣ ਦੇ ਨਾਤੇ ਉਹਨਾਂ ਨੇ ਐਡੇ ਵੱਡੇ ਜਿਹੜੇ ਮੁਕਾਮ ਹਾਸਲ ਕੀਤੇ ਆ, ਉਹ ਆਪਾਂ ਨੂੰ, ਆਪਣੀ ਕਮਿਊਨਿਟੀ ਨੂੰ ਕਿੱਦਾਂ, ਉਹਨਾਂ ਦੇ ਲਈ ਮਾਣ ਵਾਲੀ ਗੱਲ ਆ, ਤੇ ਸਾਡੀ ਆਪਣੀ ਕਮਿਊਨਿਟੀ ਦੇ ਲਈ ਕਿੱਦਾਂ ਮਾਣ ਵਾਲੀ ਗੱਲ ਆ। ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਰਨ ਕਾਊਂਟੀ ਦੇ ਵਿੱਚ ਪਹਿਲੀ ਵਾਰ ਕਿਸੇ ਸਿੱਖ ਨੂੰ ਜਿਹੜੇ ਜੱਜ, ਸੁਪੀਰੀਅਰ ਕੋਰਟ ਦੇ ਵਿੱਚ ਜੱਜ ਦੇ ਅਹੁਦੇ ਦੇ ਨਾਲ ਨਵਾਜਿਆ ਗਿਆ ਹੈ। ਸੋ ਉਹ ਜੱਜ ਬਣੇ ਨੇ, ਮੇਰੀ ਮੁਰਾਦ ਆ ਬਹੁਤ ਹੀ ਯੰਗ ਉਮਰ ਦੇ 32 ਸਾਲਾ ਨਵਰਾਜ ਸਿੰਘ ਰਾਏ ਹੋਣਾ ਦੇ ਨਾਲ। ਉਹਨਾਂ ਦੇ ਨਾਲ ਆਪਾਂ ਗੱਲ ਕਰਾਂਗੇ। ਨਵਰਾਜ ਸਿੰਘ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਔਨ। ਸੋ ਨਵਰਾਜ, ਤੁਹਾਡੇ ਨਾਲ ਆਪਾਂ ਗੱਲ ਕਰਦੇ ਹਾਂ। ਜੱਜ ਸਾਹਿਬ, ਤੁਹਾਨੂੰ ਆਪਾਂ ਜਿਹੜਾ ਨਾਲ ਜਿਹੜਾ ਉਹ ਆਖਾਂਗੇ। ਸੋ ਸਭ ਤੋਂ ਪਹਿਲਾਂ ਤਾਂ ਬਹੁਤ ਵਧਾਈ ਹੈ ਤੁਹਾਨੂੰ। ਤੁਹਾਨੂੰ ਇਹ ਮਾਣ ਹਾਸਲ ਹੋਇਆ ਆ, ਤੁਸੀਂ ਆਪਣੀ ਮਿਹਨਤ ਦੇ ਸਦਕਾ ਅੱਜ ਇਸ ਮੁਕਾਮ ਦੇ ਉੱਤੇ ਜਿਹੜਾ ਉਹ ਪਹੁੰਚੇ ਆ। ਸਭ ਤੋਂ ਪਹਿਲਾਂ ਸਾਡੇ ਵੱਲੋਂ, ਸਾਡੇ ਸੁਣਨ ਵਾਲੇ, ਦੇਖਣ ਵਾਲੇ ਵੱਲੋਂ, ਸਾਡੇ ਅਦਾਰੇ ਵੱਲੋਂ, ਪੰਜਾਬੀ ਰੇਡੀਓ USA ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਕੰਗ੍ਰੈਚੁਲੇਸ਼ਨਸ। ਥੈਂਕ ਯੂ ਭਾਈ, ਥੈਂਕ ਯੂ ਸੋ ਮਚ। ਸੋ ਨਵਰਾਜ, ਲੈਟਸ ਗੋ ਬੈਕ। ਤੁਹਾਡੇ ਆਪਾਂ ਬਚਪਨ ਤੋਂ ਸ਼ੁਰੂਆਤ ਕਰਦੇ ਹਾਂ। ਸੋ ਤੁਸੀਂ ਬੋਰਨ ਐਂਡ ਬ੍ਰੌਟ ਅਪ ਇੱਥੇ ਆ, US ਦੇ ਵਿੱਚ ਆ, ਬੇਕਰਸਫੀਲਡ ਤੋਂ ਆ। ਥੋੜਾ ਜਿਹਾ ਆਪਣੀ ਇਹ ਬੈਕਗ੍ਰਾਉਂਡ ਥੋੜੀ ਦੱਸਿਓ। ਬਿਲਕੁਲ ਭਾਈ, ਬੋਰਨ ਤਾਂ ਅਸੀਂ ਇੱਥੇ ਕੈਲੀਫੋਰਨੀਆ, ਲਾਸ ਐਂਜਲਸ ਔਨ January 16, 94 ਦੇ ਵਿੱਚ। ਸੋ ਬਿਲੇਟਡ ਹੈਪੀ ਬਰਥਡੇ ਫਿਰ ਤਾਂ। ਥੈਂਕ ਯੂ ਸੋ ਮਚ। ਐਕਚੁਅਲੀ ਜਿਸ ਦਿਨ ਸਾਡੀ ਸਵੇਰਿੰਗ ਇਨ ਸੈਰੇਮੋਨੀ ਸੀਗੀ, ਵਾਸ ਦ ਸੇਮ ਡੇ ਆਈ ਟਰਨਡ 32। ਸੋ ਉਸੇ ਸੇਮ ਡੇ ਜਨਮ ਦਿਨ ਸੀਗਾ। ਸੋ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਸੀਗਾ ਉਹ ਦਿਨ। ਵੈਰੀ ਨਾਈਸ। ਸੋ ਸ਼ੁਰੂਆਤ ਤਾਂ ਉੱਥੇ ਲਾਸ ਐਂਜਲਸ 'ਚ ਹੋਈ ਸੀ, ਤੇ ਉਸ ਤੋਂ ਬਾਅਦ ਫਿਰ ਜਿਹੜੀ ਸਾਡੀ ਫੈਮਿਲੀ ਸੀ, ਐਜ਼ ਅ ਰਿਜ਼ਲਟ ਆਫ ਦੀ ਅਰਥਕੁਏਕ, ਜਦੋਂ ਅਸੀਂ ਬੋਰਨ ਹੋਏ ਆ, ਉਸ ਸੇਮ ਡੇ ਭੁਚਾਲ ਆਇਆ ਸੀ ਵੱਡਾ ਸਾਰਾ। ਤੇ ਲਾਸ ਐਂਜਲਸ ਜਿਹੜੀ ਸਾਰੀ ਸ਼ਹਿਰ ਆ, ਤੇ ਨਾਲੇ 405 ਫ੍ਰੀਵੇ, ਐਵਰੀਥਿੰਗ ਕਾਈਂਡ ਆਫ ਗਾਟ ਟੋਰਨ ਡਾਊਨ। ਸਾਰਾ ਕੁਝ ਮਤਲਬ ਬਸੋ ਬਸੀ ਹੋ ਗਿਆ ਸੀ ਉੱਥੇ। ਸੋ ਉਸ ਐਜ਼ ਅ ਰਿਜ਼ਲਟ ਆਫ ਦੈਟ ਅਸੀਂ ਫਿਰ ਵਾਸ਼ਿੰਗਟਨ ਮੂਵ ਹੋਏ ਆ। ਤੇ ਵਾਸ਼ਿੰਗਟਨ ਸਟੇਟ ਕਿ ਵਾਸ਼ਿੰਗਟਨ DC? ਵਾਸ਼ਿੰਗਟਨ ਸਟੇਟ। ਓਕੇ। ਵਾਸ਼ਿੰਗਟਨ ਸਟੇਟ ਰਹੇ ਅਸੀਂ ਸਿਆਟਲ ਦੇ ਵਿੱਚ। ਤੇ ਉਸ ਤੋਂ ਬਾਅਦ ਸਿਆਟਲ ਤੋਂ ਬਾਅਦ ਅਸੀਂ ਗਏ ਆ ਯੂਟਾ 'ਚ। ਅਸੀਂ ਫਿਰ 4 ਵਾਰ ਮੂਵ ਹੋਏ ਆ ਯੂਟਾ ਦੇ ਵਿੱਚ। ਯੂਟਾ ਤੋਂ ਬਾਅਦ ਅਸੀਂ ਫਿਰ ਮੂਵ ਹੋਏ ਆ ਫੇਅਰਫੀਲਡ ਤੋਂ ਜਾ ਕੇ ਮੋਡੈਸਟੋ ਤੋਂ ਜਾ ਕੇ ਫਿਰ ਮੈਂ 6ਵੀਂ 'ਚ ਸੀ ਜਦੋਂ ਅਸੀਂ ਇੱਥੇ ਬੇਕਰਸਫੀਲਡ ਆਏ। ਸੋ ਬੇਸਿਕਲੀ ਜ਼ਿੰਦਗੀ ਦੇ ਪਹਿਲੇ ਤੁਹਾਡੇ 10 ਸਾਲ ਮੂਵਿੰਗ 'ਚ ਹੀ ਲੰਘ ਗਏ। ਹਾਂਜੀ, ਬਿਲਕੁਲ, ਯੈਸ। ਸੋ 6ਵੀਂ 'ਚ ਬੰਦਾ ਲਾਈਕ ਵੁੱਡ ਸੇ ਫਸਟ ਗ੍ਰੇਡ, ਸੈਕੰਡ ਗ੍ਰੇਡਰ ਸੀਗੇ ਜਦੋਂ ਤੁਸੀਂ ਫਿਰ ਬੇਕਰਸਫੀਲਡ ਦੇ ਵਿੱਚ ਬੇਸਿਕਲੀ ਸ਼ੁਰੂ ਕਰਤਾ ਸੀਗਾ? ਸੋ ਵੀ ਸਟਾਰਟਡ 6th grade ਇਨ ਬੇਕਰਸਫੀਲਡ। ਓਕੇ, 6th grade ਦੇ ਵਿੱਚ। ਠੀਕ ਆ। ਹਾਂਜੀ, ਉੱਥੇ ਜਦੋਂ ਤੁਸੀਂ ਜਿਹੜੇ ਉਹ ਆਏ ਆ, ਸੋ ਇੱਥੇ ਤੁਸੀਂ ਫਿਰ ਪੜ੍ਹਾਈ ਕੀਤੀ। ਬੇਕਰਸਫੀਲਡ ਦੇ ਕਿਹੜੇ ਇਲਾਕੇ 'ਚ ਤੁਸੀਂ ਰਹਿੰਦੇ ਰਹੇ? ਸੋ ਜਿਹੜੀ ਸਾਡੀ ਪੜ੍ਹਾਈ ਆ, ਐਲੀਮੈਂਟਰੀ ਸਕੂਲ ਤਾਂ ਸਾਡਾ ਇੱਥੇ ਲੋਕਲ ਐਲੀਮੈਂਟਰੀ ਸਕੂਲ ਹੈਗਾ, ਪੈਨਾਮਾ ਬੁਏਨਾ ਵਿਸਟਾ ਐਲੀਮੈਂਟਰੀ ਸਕੂਲ। ਓਕੇ, ਫਿਰ ਠੀਕ ਅਸੀਂ ਆ। ਇੱਥੇ ਸਟਾਕਡੇਲ ਹਾਈ ਸਕੂਲ ਗਏ ਆ।
ਹੂੰ, 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 ਹੂੰ। ਸਟਾਕਡੇਲ ਹਾਈ ਸਕੂਲ ਦੇ ਵਿੱਚ ਨਾਲ ਦੀ ਨਾਲ ਅਸੀਂ ਕਲਾਸਾਂ ਲਈਆਂ। ਇੱਥੇ ਇੱਕ ਪ੍ਰੋਗਰਾਮ ਹੈਗਾ ਜਿਹਨੂੰ ਆਪਾਂ ਕਹਿੰਦੇ ਹਾਂ ਕਨਕਰੈਂਟ ਐਨਰੋਲਮੈਂਟ। ਹੂੰ, ਹੂੰ। ਤੇ ਸੋ ਜਦੋਂ ਅਸੀਂ ਸਟਾਕਡੇਲ ਹਾਈ ਸਕੂਲ ਚੋਂ ਗ੍ਰੈਜੂਏਟ ਹੋਏ ਹਾਂ, ਉਸ ਤੋਂ ਬਾਅਦ ਅਸੀਂ ਯੂਸੀ ਡੇਵਿਸ ਦੇ ਵਿੱਚ ਅਸੀਂ ਐਡਮਿਸ਼ਨ ਲਈ ਆ। ਹੂੰ, ਯੂਸੀ ਹੂੰ। ਡੇਵਿਸ ਦੇ ਵਿੱਚ ਅਸੀਂ ਬੈਚਲਰ ਕੰਪਲੀਟ ਕੀਤੀ ਆ। ਉਸ ਟਾਈਮ ਦੇ ਤੇ ਮੈਂ 19 ਸਾਲਾਂ ਦਾ ਸੀ ਤੇ ਤੇ ਉਦੋਂ ਮੇਜਰ ਤੁਹਾਡਾ ਲਾਅ ਹੀ ਸੀਗਾ? ਉਦੋਂ ਜੀ ਪੋਲੀਟੀਕਲ ਸਾਇੰਸ। ਪੋਲੀਟੀਕਲ ਸਾਇੰਸ ਦੇ ਵਿੱਚ ਸੀਗਾ। ਹਾਂਜੀ, ਯਾ ਠੀਕ ਪੋਲੀਟੀਕਲ ਹੈ। ਸਾਇੰਸ ਸੋ ਤੇ ਸੋ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਲਾਅ ਵੱਲ ਨੂੰ ਨਾਲ ਦੇ ਨਾਲ ਹਾਂਜੀ, ਚਲੇ ਗਏ। ਹਾਂਜੀ। ਜਦੋਂ ਉਹ ਵੀ ਅਸੀਂ ਯੂਸੀ ਡੇਵਿਸ ਤੋਂ ਹੀ ਕੀਤੀ ਜਾਂ ਕਿੱਥੋਂ ਕੀਤੀ ਉਹ ਫਿਰ? ਹਾਂਜੀ, ਯੂਸੀ ਡੇਵਿਸ ਤੋਂ ਬਾਅਦ ਅਸੀਂ ਮੈਕਜੋਰਜ ਸਕੂਲ ਆਫ ਲਾਅ, ਯੂਨੀਵਰਸਿਟੀ ਆਫ ਪੈਸੀਫਿਕ ਓਕੇ। ਸਕੂਲ ਜਿਹੜਾ ਹੈਗਾ ਆ, ਇਟਸ ਹੂੰ, ਲੋਕੇਟਡ ਇਨ ਸੈਕਰਾਮੈਂਟੋ ਹੂੰ। ਤੇ ਉੱਥੇ ਅਸੀਂ ਫਿਰ ਮੁੜ ਕੇ ਲਾਅ ਸਕੂਲ ਕੰਪਲੀਟ ਕੀਤੀ। ਤੁਹਾਡਾ ਵਕੀਲ ਬਣਨ ਦੀ ਇੱਛਾ ਕਿਉਂ ਸੀਗੀ? ਵਾਸ देयर अ ਸਰਟਨ ਰੀਜ਼ਨ, ਪਾਰਟਿਕੂਲਰ ਰੀਜ਼ਨ ਸੀਗਾ ਵੀ ਤੁਸੀਂ ਲਾਅ ਨੂੰ ਚੂਜ਼ ਕੀਤਾ? ਕਾਰਨ ਤਾਂ ਮੇਨ ਭਾਜੀ ਇੱਕ ਆ। ਸੋ ਅਸੀਂ ਮੂਵ ਕਾਫੀ ਵਾਰ ਹੋਏ ਆ, ਜਿਵੇਂ ਹੂੰ, ਹੂੰ। ਇੱਕ ਥਾਂ ਦੱਸਿਆ ਤੋਂ ਤੁਸੀਂ। ਯਾ। ਸੋ ਐਕਚੁਅਲੀ ਮੇਨ ਗੱਲ ਇਹ ਸੀ ਕਿ ਵੀ ਜਦੋਂ ਅਸੀਂ ਯੂਟਾ 'ਚ ਰਹਿੰਦੇ ਸੀਗੇ ਨਾ, ਹੂੰ, ਹੂੰ। ਸਾਡੇ ਮਦਰ ਤੇ ਫਾਦਰ ਦੋਨੇ ਕਾਰਪੇਟ ਕਲੀਨਿੰਗ ਦਾ ਬਿਜ਼ਨਸ ਕਰਦੇ ਸੀਗੇ। ਹੂੰ, ਹੂੰ, ਹੂੰ। ਤੇ ਉਸ ਟਾਈਮ ਜਦੋਂ ਉਹ ਇੱਥੇ ਆਏ ਸੀ, ਉਹਨਾਂ ਨੇ ਪੈਸੇ ਜੋੜੇ ਤੇ ਅਸੀਂ ਇੱਕ ਸਟੋਰ ਖਰੀਦ ਲਿਆ ਸੀਗਾ, ਗੈਸ ਸਟੇਸ਼ਨ। ਓਕੇ, ਯੂਟਾ 'ਚ। ਹਾਂਜੀ, ਹੂੰ, ਯੂਟਾ ਦੇ ਹੂੰ। ਵਿੱਚ। ਤੇ ਉਸ ਟਾਈਮ ਦੇ ਵਿੱਚ ਹੁਣ ਮੰਮੀ ਡੈਡੀ ਨੂੰ ਦੋਨਾਂ ਨੂੰ ਇੰਗਲਿਸ਼ ਦੀ ਬਾਹਲੀ ਪੈਰਵਾਈ ਹੁੰਦੀ ਸੀ। ਹੂੰ, ਤੇ ਹੂੰ। ਸੋ ਉਹਨਾਂ ਨੂੰ ਲੱਗਿਆ ਕਿ ਵੀ ਠੀਕ ਹੈ, ਅਸੀਂ ਹੁਣ ਗੈਸ ਸਟੇਸ਼ਨ ਲੈ ਲਿਆ, ਜਿਵੇਂ ਸਾਰੇ ਆਪਣੇ ਇੱਥੇ ਆ ਕੇ ਉਮੀਦਾਂ ਰੱਖਦੇ ਨੇ ਕਿ ਵੀ ਅਸੀਂ ਇੱਥੇ ਆ ਕੇ ਤਰੱਕੀ ਕਰਾਂਗੇ। ਹੂੰ, ਹੂੰ। ਉਹਨਾਂ ਨੇ ਗੈਸ ਸਟੇਸ਼ਨ ਖਰੀਦਿਆ ਤੇ ਉਸ ਟਾਈਮ ਦੇ ਵਿੱਚ 2 ਸਾਲਾਂ ਦੇ ਵਿੱਚ ਜਿਹੜੀ ਗੈਸ ਸਟੇਸ਼ਨ ਸੀ, ਉਹ ਗੈਸ ਸਟੇਸ਼ਨ ਦੇ ਸੇਲ ਲਾਈਕ 300-400% ਮੰਮੀ ਡੈਡੀ ਨੇ ਉਹ ਵਧਾ ਦਿੱਤੇ, ਗਰੋ ਕਰਤੀ। ਹੂੰ, ਗਰੋ ਕਰਤੀ। ਹੂੰ, ਤੇ ਫਿਰ ਮੁੜ ਕੇ ਜਿਹੜਾ origignal ਓਨਰ ਸੀ, ਉਹ ਹੂੰ। ਓਨਰ ਆ ਕੇ ਕਹਿੰਦਾ ਕਿ ਵੀ ਜੀ ਵੀ ਸਟੋਰ ਇਹ ਸਾਡਾ ਤੇ ਤੁਸੀਂ ਇੱਥੋਂ ਨਿਕਲੋ। ਅੱਛਾ। ਤੇ ਇੱਕਦਮ ਉਹਨਾਂ ਨੂੰ ਏਦਾਂ ਲੱਗਾ ਕਿ ਵੀ ਕੀ ਚੱਕਰ ਲੱਗਿਆ ਤੇ ਦੈਟ ਟਾਈਮ ਉਦੋਂ ਸਾਡੀ ਉਮਰ ਹਜੇ ਛੋਟੀ ਸੀਗੀ, ਮੈਂ ਤੀਜੀ ਕਲਾਸ 'ਚ ਸੀਗਾ ਸਿਰਫ। ਹੂੰ, 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 ਹੂੰ। ਇੰਗਲਿਸ਼ ਜਿੰਨੀ ਆਉਂਦੀ ਸੀਗੀ ਹੁੰਦੀ ਸੀ। ਬਟ ਉਸ ਟਾਈਮ ਦੇ ਉੱਤੇ ਫਿਰ ਕੰਟਰੈਕਟ ਵਗੈਰਾ ਦੇਖ-ਦੂਖ ਕੇ ਸਾਨੂੰ ਪਤਾ ਲੱਗਾ ਕਿ ਵੀ ਜੀ ਵੀ ਅਸੀਂ ਗੈਸ ਸਟੇਸ਼ਨ ਪਰਚੇਸ ਨਹੀਂ ਸੀ ਕੀਤਾ, ਉਹ ਸਿਰਫ ਐਜ਼ ਅ ਲੀਜ਼ ਜਾਂ ਜਿਵੇਂ ਐਜ਼ ਅ ਰੈਂਟ ਕਹਿ ਸਕਦੇ ਹਾਂ, ਉਹ ਐਜ਼ ਅ ਰੈਂਟ ਰੱਖਿਆ। ਓਹ! ਓਕੇ। ਸੋ ਉਹਨਾਂ ਦਾ ਜਿਵੇਂ ਫਾਇਦਾ ਉਠਾਇਆ ਗਿਆ ਕਿਉਂਕਿ ਉਹਨਾਂ ਨੂੰ ਇੰਗਲਿਸ਼ ਲੈਂਗੁਏਜ ਦੀ ਸਮਝ ਨਹੀਂ ਸੀ। ਸਮਝ ਨਹੀਂ ਸੀ। ਹੂੰ। ਉਹਦੇ ਕਰਕੇ ਫਿਰ ਸਾਨੂੰ ਬੈਂਕਰਪਸੀ ਕਰਨਾ ਪਿਆ ਤੇ ਅਸੀਂ ਐਕਚੁਅਲੀ ਹੋਮਲੈਸ ਹੋ ਗਏ ਸੀਗੇ ਉਸ ਟਾਈਮ। ਓਹ ਵਾਓ! ਸੋ ਉਹ ਯੂਟਾ 'ਚੋਂ ਮੂਵ ਹੋਣ ਦਾ ਕਾਰਨ ਹੀ ਇਹ ਸੀ। ਐਟ ਦੈਟ ਟਾਈਮ ਉਸ ਟਾਈਮ ਫਿਰ ਅਸੀਂ ਸੋਚਿਆ ਕਿ ਵੀ ਇਹ ਜੀ ਜਿਹੜਾ ਧੱਕਾ ਹੋਇਆ ਕਿ ਵੀ ਇਹ ਫੇਰ ਹਨਾ ਕਦੇ ਨਾ ਹੋਵੇ ਕਿ ਵੀ ਬੰਦੇ ਨੂੰ ਸਿਰਫ ਅੰਗਰੇਜ਼ੀ ਨਾ ਆਉਣ ਦੇ ਕਰਕੇ ਹੂੰ, ਹੂੰ, ਵੀ ਹੂੰ, ਉਹ ਹੂੰ। ਬੰਦੇ ਨੂੰ ਬੈਂਕਰਪਸੀ ਹੋ ਜਾਵੇ, ਉਹ ਬੰਦੇ ਦਾ ਘਰ ਛੁੱਟਿਆ ਜਾਵੇ ਤੇ ਨਾਲੇ ਇਦਾਂ ਸਾਰੀਆਂ ਚੀਜ਼ਾਂ ਹੋਈਆਂ। ਇਹ ਯਾ। ਮੇਨ ਪ੍ਰਾਇਮਰੀ ਰੀਜ਼ਨ ਤਾਂ ਇਹੀ ਸੀ ਉਸ ਟਾਈਮ ਦੇ ਉੱਤੇ। ਠੀਕ ਹੈ। ਵੀ ਉਦੋਂ ਤੁਸੀਂ ਮਨ ਬਣਾਇਆ ਸੀਗਾ ਵੀ ਨਹੀਂ ਮੈਂ ਲਾਅ ਦੇ ਵਿੱਚ ਜਾਣਾ ਫਿਰ ਵੀ ਲਾਈਕ ਸੋ ਦਿਸ ਡਸਨਟ ਹੈਪਨ ਅਗੇਨ। ਬਿਲਕੁਲ, ਬਿਲਕੁਲ। ਹੂੰ। ਤੁਸੀਂ ਇਕੱਲੇ ਹੀ ਹੋ ਜਾਂ ਭੈਣ ਭਰਾ ਵੀ ਆ ਤੁਹਾਡੇ? ਜੀ ਸਾਡਾ ਇੱਕ ਛੋਟਾ ਭਰਾ ਆ, ਹਰਸ਼ਾਨ ਰਾਏ, ਠੀਕ, ਉਹ ਮੇਰੇ ਤੋਂ ਠੀਕ 3 ਹੈ। ਸਾਲ ਛੋਟਾ ਆ ਹੂੰ, ਤੇ ਹੂੰ। ਮੇਰੇ ਨਾਲ ਹਮੇਸ਼ਾ ਖੜਾ ਰਹਿੰਦਾ ਹੈ, ਡਟ ਕੇ ਰਹਿੰਦਾ ਹੈ ਹਮੇਸ਼ਾ ਮੇਰੇ ਨਾਲ। ਠੀਕ। ਉਹ ਵੀ ਲਾਅ ਕਰ ਰਿਹਾ? ਉਹ ਜੀ ਹਾਂਜੀ, ਉਹਨੇ ਹੁਣ ਪੈਰਾਲੀਗਲ ਦੀ ਡਿਗਰੀ ਉਹਨੇ ਖਤਮ ਕੀਤੀ ਹੋਈ ਆ ਤੇ ਓਕੇ। ਸੋ ਉਹਦਾ ਵੀ ਇੱਛਾ ਹੈਗਾ ਆ ਕਿ ਵੀ ਉਹ ਲਾਅ 'ਚ ਜਾਵੇ। ਪਹਿਲਾਂ ਉਹ ਸ਼ੈਰਿਫ ਦੇ ਵਿੱਚ ਸੀਗਾ, ਹੂੰ, ਹੂੰ, ਹੂੰ। ਸੈਂਟਾ ਕਲੈਰਾ ਕਾਉਂਟੀ ਦੇ ਵਿੱਚ ਉਹ ਸ਼ੈਰਿਫ ਰਿਹਾ ਤੇ ਫਿਰ ਉਸ ਤੋਂ ਬਾਅਦ ਕਹਿੰਦਾ ਕਿ ਵੀ ਨਹੀਂ ਵੀ ਉਹਦਾ ਵੀ ਮਨ ਬਣਿਆ ਕਿ ਵੀ ਅਸੀਂ ਲਾਅ ਦੇ ਵਿੱਚ ਹੀ ਜਾਈਏ। ਜੀ। ਸੋ ਨਵਰਾਜ ਕਿੰਨੀ ਉਮਰ ਸੀਗੀ ਜਦੋਂ ਤੁਸੀਂ ਗ੍ਰੈਜੂਏਟ ਹੋ ਗਏ? ਅਟਾਰਨੀ ਜਿਹੜੇ ਆ ਉਹ ਤੁਸੀਂ ਹੋ ਗਏ, ਬਾਰ ਜਿਹੜੀ ਉਹ ਕਰ ਲਈ ਤੁਸੀਂ? ਬੈਚਲਰਸ ਜੀ ਅਸੀਂ ਕੰਪਲੀਟ ਕੀਤੀ ਜਦੋਂ ਅਸੀਂ 19 ਸੀਗੇ। ਹੂੰ, ਹੂੰ। ਉਸ ਤੋਂ ਬਾਅਦ ਜਿਹੜਾ ਲਾਅ ਸਕੂਲ ਸੀ, ਆਈ ਥਿੰਕ ਲਾਅ ਸਕੂਲ ਅਸੀਂ ਕੰਪਲੀਟ ਕੀਤੀ ਆਫਟਰ ਅਬਾਊਟ 3 ਇਅਰਸ। ਅਟਾਰਨੀ ਹੁਣ ਮੈਨੂੰ ਬਣੇ ਹੋਏ ਨੂੰ 5 ਸਾਲ ਹੋ ਗਏ। 5 ਸਾਲ ਹੋ ਗਏ ਆ। ਯਾ ਤੇ ਤੁਸੀਂ ਇਟਸ ਬੀਨ ਅ ਸਟਰਗਲ ਜਿੱਦਾਂ ਤੁਸੀਂ ਕਿਹਾ ਵੀ ਬੈਂਕਰਪਸੀ, ਹੋਮਲੈਸਨੈਸ ਮਤਲਬ ਵੀ ਇੱਕ ਹਿਸਾਬ ਦੇ ਨਾਲ ਘਰ ਚਲਾ ਗਿਆ, ਸਾਰਾ ਕੁਝ ਉਧਰਲੇ ਪਾਸੇ ਨੂੰ ਜਿਹੜਾ ਉਹ ਲੱਗ ਗਿਆ। ਦੈਟਸ ਰੀਅਲੀ ਟਫ। ਤੁਸੀਂ, ਤੁਹਾਡਾ ਭਰਾ, ਪੂਰੀ ਫੈਮਿਲੀ ਇਸ ਦੌਰ ਦੇ ਵਿੱਚੋਂ ਫਿਰ ਆਪਣੇ ਆਪ ਨੂੰ ਕਿੱਦਾਂ ਜਿਹੜਾ ਕੱਢਣ ਦੇ ਲਈ ਮਜ਼ਬੂਤੀ ਜਿਹੜੀ ਉਹ ਲੈ ਕੇ ਆਉਣ ਦੇ ਲਈ ਵਾਟ ਵਾਸ ਦ ਸਟਰਗਲ ਲਾਈਕ? ਸਟਰਗਲ ਤਾਂ ਹੁਣ ਭਾਜੀ ਜਿਵੇਂ ਤੁਹਾਨੂੰ ਸਾਡੇ ਜੀ ਜਿਹੜੇ ਫਾਦਰ ਤੇ ਮਦਰ ਨੇ ਨਾ, ਉਹ ਮਿਹਨਤੀ ਬਹੁਤ ਜ਼ਿਆਦਾ ਨੇ।
ਹੂੰ, ਤੇ ਜਦੋਂ ਅਸੀਂ ਉਸ ਟਾਈਮ 'ਚੋਂ ਨਿਕਲ ਰਹੇ ਸੀ, ਸਾਡੇ ਜਿੰਨੇ ਵੀ ਸਾਡੇ ਵੀਕਐਂਡ ਸੀਗੇ 6ਵੀਂ ਤੋਂ ਲੈ ਕੇ ਜਦੋਂ ਅਸੀਂ ਇੱਥੇ ਬੇਕਰਸਫੀਲਡ 'ਚ ਸੈਟਲ ਹੋਏ ਹਾਂ। ਹੂੰ, 6ਵੀਂ ਹੂੰ, ਤੋਂ ਲੈ ਕੇ ਲਾਅ ਸਕੂਲ ਤੱਕ ਵੀਕਐਂਡ ਦੇ ਉੱਤੇ ਸਾਨੂੰ ਪਤਾ ਕਿ ਵੀ ਓਕੇ ਅਸੀਂ ਵੀ ਹੁਣ ਸਟੋਰ ਤੇ ਕੰਮ ਕਰਨਾ ਹੈ। ਹੂੰ, ਕੋਈ ਵੀ ਵੈਕੇਸ਼ਨ ਹੋਵੇ, ਸਮਰ ਬ੍ਰੇਕ, ਵਿੰਟਰ ਬ੍ਰੇਕ, ਸਾਨੂੰ ਪਤਾ ਸੀ ਕਿ ਵੀ ਓਕੇ ਹੁਣ ਅਸੀਂ ਸਾਰਿਆਂ ਨੇ ਡਟ ਕੇ ਕੰਮ ਕਰਨਾ ਆ ਸਟੋਰ ਦੇ ਉੱਤੇ। ਤੇ ਹੂੰ, ਉਹਦਾ ਪਰ ਜਿਹੜਾ ਮੇਨ ਇੰਸਪੀਰੇਸ਼ਨ ਆ ਸਾਡੇ ਮਦਰ ਤੇ ਫਾਦਰ ਜਿਹੜੇ ਦੋਨੇ ਹੈਗੇ ਨੇ, ਹੂੰ, ਉਹ ਚੜ੍ਹਦੀ ਕਲਾ 'ਚ ਰਹੇ। ਹਮੇਸ਼ਾ ਹੂੰ, ਜੋ ਹੂੰ, ਵੀ ਉਹ ਸਾਨੂੰ ਦੇ ਸਕਦੇ ਸੀ ਕਿ ਉਹ ਉਹਨਾਂ ਨੇ ਪ੍ਰੋਵਾਈਡ ਕੀਤਾ। ਹੂੰ। ਜਿਵੇਂ ਸੋ ਉਹਨਾਂ ਦੇ ਕਰਕੇ ਹੀ ਸਾਰਾ ਕੁਝ ਹੋਇਆ ਜੋ ਕੁਝ ਹੋਇਆ। ਪਲੀਜ਼ ਉਹਨਾਂ ਦੇ ਨਾਮ ਜ਼ਰੂਰ ਮੈਂਸ਼ਨ ਕਰੋ। ਹਾਂਜੀ ਜੀ, ਬਿਲਕੁਲ। ਫਾਦਰ ਦਾ ਨਾਂ ਜੀ ਹੈਗਾ ਸਰਦਾਰ ਹਰਦੀਪ ਸਿੰਘ ਰਾਏ ਤੇ ਮਦਰਸ ਨੇਮ ਇਜ਼ ਰਵਿੰਦਰ ਕੌਰ ਰਾਏ। ਸੋ ਇਸ ਦਰਮਿਆਨ ਤੁਸੀਂ ਸਾਬਤ ਸੂਰਤਾਂ ਆਪਣੇ ਦੂਜੇ ਸਿੱਖਾਂ ਤੁਸੀਂ ਕੈਲੀਫੋਰਨੀਆ ਸਟੇਟ ਦੇ ਵਿੱਚ ਜੋ ਇਸ ਦਿੱਖ ਦੇ ਨਾਲ ਜੱਜ ਦੇ ਅਹੁਦੇ ਦੇ ਉੱਤੇ ਤੁਸੀਂ ਪਹੁੰਚੇ ਆ, ਇਸ ਸਟਰਗਲ ਦੇ ਵਿੱਚ ਇਸ ਪੂਰੇ ਵਰਤਾਰੇ ਦੇ ਵਿੱਚ ਤੁਹਾਨੂੰ ਸਿੱਖੀ ਨੇ ਕਿੱਦਾਂ ਮਦਦ ਕੀਤੀ? ਲਾਈਕ ਵੇਅਰ ਡੂ ਯੂ ਸੀ ਤੁਹਾਨੂੰ ਧਰਮ ਨੇ, ਸਿੱਖੀ ਨੇ ਕਿੱਦਾਂ ਇਸ ਤੱਕ ਪ੍ਰੇਰਨਾ ਦਿੱਤੀ? ਜੀ ਸਿੱਖੀ ਜਿਹੜੀ ਹੈਗੀ ਹੈ, ਸਿੱਖੀ ਕਰਕੇ ਹੀ ਸਾਰਾ ਕੁਝ ਜੋ ਮੈਨੂੰ ਲੱਗ ਰਿਹਾ ਹੂੰ, ਸਿੱਖੀ ਕਰਕੇ ਹੀ ਹੋ ਰਿਹਾ। ਸੋ ਜਦੋਂ ਅਸੀਂ ਪਹਿਲਾਂ ਡਿਸਟ੍ਰਿਕਟ ਅਟਾਰਨੀ ਆਫਿਸ 'ਚ ਲੱਗੇ ਸੀਗੇ ਐਜ਼ ਅ ਹੂੰ, ਡੈਪੂਟੀ ਡਿਸਟ੍ਰਿਕਟ ਅਟਾਰਨੀ ਪ੍ਰੋਸੀਕਿਊਟਰ ਜਦੋਂ ਅਸੀਂ ਲੱਗੇ ਸੀਗੇ, ਉਸ ਟਾਈਮ ਦੇ ਉੱਤੇ ਆਫਿਸ ਨੇ ਉਸ ਹਿਸਾਬ ਦੇ ਨਾਲ ਸਾਨੂੰ ਅਪਰੋਚ ਕੀਤਾ ਕਿ ਵੀ ਸਾਨੂੰ ਡਾਇਵਰਸਿਟੀ ਦੀ ਲੋੜ ਹੈ। ਸਾਡੀ ਸਿੱਖ ਪਾਪੂਲੇਸ਼ਨ ਬਹੁਤ ਜ਼ਿਆਦਾ ਹੈਗੀ ਆ ਤੇ ਕਈ ਕਲਚਰਲ ਇਸ਼ੂ ਇਦਾਂ ਦੇ ਹੈਗੇ ਨੇ ਕਿ ਵੀ ਸਾਨੂੰ ਸਮਝ ਨਹੀਂ ਲੱਗ ਰਹੀ ਕਿ ਵੀ ਉਹਦੀ ਇੰਟਰਪ੍ਰੀਟੇਸ਼ਨ ਅਸੀਂ ਕਿਵੇਂ ਕਰੀਏ ਓਕੇ, ਜਦੋਂ ਅਸੀਂ ਕੇਸ ਫਾਈਲ ਕਰਨਾ ਹੈ। ਓਕੇ, ਠੀਕ ਆ। ਸੋ ਸਿੱਖੀ ਕਰਕੇ ਹੀ ਜੀ ਮੈਨੂੰ ਮੇਰੀ ਪਹਿਲੀ ਜੌਬ ਮਿਲੀ ਆ। ਹੂੰ, ਸਿੱਖੀ ਪ੍ਰਿੰਸੀਪਲ ਦੇ ਉੱਤੇ ਅਸੀਂ ਉਹ ਜੌਬ ਦੇ ਉੱਤੇ ਲੱਗੇ, ਜਿਵੇਂ ਆਪਣੇ ਮਹਾਰਾਜ ਕਹਿੰਦੇ ਨੇ ਕਿ ਵੀ ਵੰਡ ਕੇ ਛਕੋ, ਕਿਰਤ ਕਰੋ, ਨਾਮ ਹੂੰ, ਜਪੋ। ਹੂੰ, ਹੂੰ, ਬਿਲਕੁਲ। ਆਹੀ ਜਿਹੜੇ 3 ਗਾਈਡਿੰਗ ਪ੍ਰਿੰਸੀਪਲ ਸੀਗੇ ਅਸੀਂ ਉਹੀ ਵਰਤੇ ਤੇ ਉਸ ਤੋਂ ਬਾਅਦ ਕਮਿਊਨਿਟੀ ਜੀ ਜਿਹੜੀ ਸਾਡੀ ਹੈਗੀ ਇੱਥੇ ਬੇਕਰਸਫੀਲਡ ਦੇ ਵਿੱਚ ਬਹੁਤ 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 ਜ਼ਿਆਦਾ ਪਿਆਰ ਵਾਲੀ ਕਮਿਊਨਿਟੀ ਆ। ਉਹਨਾਂ ਨੇ ਬਹੁਤ ਜ਼ਿਆਦਾ ਹੌਸਲਾ ਦਿੱਤਾ ਆ। ਉਹਨਾਂ ਨੇ ਹਮੇਸ਼ਾ ਕਿਹਾ ਕਿ ਵੀ ਪੁੱਤ ਕੋਈ ਗੱਲ ਨਹੀਂ, ਤੁਸੀਂ ਕਰੋ ਜੋ ਕਰ ਸਕਦੇ। ਹੂੰ, ਹੂੰ, ਤੇ ਹੂੰ, ਉਹ ਹੂੰ, ਮਤਲਬ ਡਟ ਕੇ ਹਮੇਸ਼ਾ ਨਾਲ ਖੜੇ ਨੇ। ਸੋ ਅਸੀਂ ਸਟੋਰੀਜ਼ ਸੁਣਦੇ ਹਾਂ ਕਿ ਵੀ ਜੀ ਵੀ ਰੇਸਿਜ਼ਮ ਇੱਥੇ ਹੋਇਆ ਹੈਗੇ ਆ ਤੇ ਨਾਲੇ ਅਸੀਂ ਤਰੱਕੀ ਨਹੀਂ ਕਰ ਸਕਦੇ ਜਾਂ ਧੱਕਾ ਹੈਗਾ ਆ। ਉਹ ਤਾਂ ਚੱਲ ਹੁਣ ਐਜ਼ ਅ ਪਾਰਟ ਆਫ ਲਾਈਫ ਐਜ਼ ਅ ਸਿੱਖ ਤੁਸੀਂ ਜਿੱਥੇ ਮਰਜ਼ੀ ਦੁਨੀਆ ਦੇ ਉੱਤੇ ਜਾਓ, ਦੈਟਸ ਅ ਪਾਰਟ ਆਫ ਯੂਰ ਲਾਈਫ, ਦੈਟਸ ਜਸਟ ਸਮਥਿੰਗ ਦੈਟ ਵੀ ਕਾਈਂਡ ਆਫ ਐਕਸੈਪਟਡ। ਹੂੰ, 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 ਹੂੰ। ਉਹੀ ਚੀਜ਼ ਕਰਕੇ ਜਿਹੜੀ ਸਾਡੀ ਮੈਂਟੈਲਿਟੀ ਆ, ਸਟਰੈਂਥ ਜਿਹੜੀ ਸਾਡੀ ਹੈਗੀ ਉਹ ਉਸ ਚੀਜ਼ ਕਰਕੇ ਹੀ ਆ। ਜਿਹੜੀ ਚੜ੍ਹਦੀ ਕਲਾ ਦੀ ਗੱਲ ਆ। ਹਾਂਜੀ। ਹੂੰ, ਸੋ ਉਹ ਜਿਹੜੀ ਕਮਿਊਨਿਟੀ ਆ, ਕਮਿਊਨਿਟੀ ਨਾਲ ਖੜ ਰਹੀ ਆ। ਸੋ ਸਿੱਖੀ ਜਿੱਥੇ ਵੀ ਦੇਖੋ ਜੋ ਮੈਨੂੰ ਲੱਗ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ ਹੂੰ, ਕਿ ਹੂੰ, ਵੀ ਹੂੰ। ਸਿੱਖੀ ਕਰਕੇ ਹੀ ਅਸੀਂ ਪਹੁੰਚੇ ਹਾਂ ਜਿੱਥੇ ਤੱਕ। ਬੜੀ ਪੋਜ਼ਿਟਿਵ ਗੱਲ ਜਿਹੜੀ ਉਹ ਕੀਤੀ ਆ, ਕਿਉਂਕਿ ਨਵਰਾਜ ਸਿੰਘ ਜੀ ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਲੋਕ ਦੇਖੋ ਪ੍ਰੈਸ਼ਰ ਹੁੰਦਾ ਹਰ ਇੱਕ ਦੇ ਉੱਤੇ, ਜਿੱਦਾਂ ਤੁਸੀਂ ਕਿਹਾ ਵੀ ਹਰ ਇੱਕ ਦਾ ਇੱਕ ਅਮਰੀਕਨ ਡ੍ਰੀਮ ਆ ਜਾਂ ਕੋਈ ਗੱਲਾਂ ਆ ਵੀ ਉੱਥੇ ਤੱਕ ਪਹੁੰਚਣ ਦੇ ਲਈ ਬੰਦਾ ਫਿਰ ਕਈ ਵਾਰੀ ਇਸ ਚੀਜ਼ ਨੂੰ ਸਾਈਡ ਤੇ ਰੱਖ ਦਿੰਦਾ ਵੀ ਚੱਲ ਕੋਈ ਨਹੀਂ, ਦੈਟਸ ਓਕੇ। ਤੇ ਸਾਨੂੰ ਵਧੀਆ ਲੱਗ ਰਿਹਾ, ਚੰਗਾ ਲੱਗ ਰਿਹਾ ਆ ਵੀ ਤੁਹਾਡੇ ਵਰਗੇ ਇੱਕ ਐਕਸੀਲੈਂਟ ਪੋਜੀਸ਼ਨ ਦੇ ਉੱਤੇ, ਐਕਸੀਲੈਂਸ ਦੇ ਵਿੱਚ ਜਿਹੜਾ ਤੁਸੀਂ ਪਹੁੰਚੇ ਆ ਤੇ ਆਪਣੇ ਧਰਮ ਨੂੰ, ਆਪਣੀ ਇਸ਼ਟ ਨੂੰ ਜਿਹੜਾ ਉਹ ਨਹੀਂ ਛੱਡਿਆ ਤੇ ਉਸ ਦੇ ਵਿੱਚ ਤੁਸੀਂ ਬਰਕਰਾਰ ਹੋ ਕੇ ਅੱਗੇ ਜਿਹੜੇ ਜਾ ਰਹੇ ਆ ਤੇ ਨਾਲ ਇਨਸਪਾਇਰ ਤੁਸੀਂ ਉਸ ਚੀਜ਼ ਤੋਂ ਹੁੰਦੇ ਆ। ਅੱਛਾ, ਜਦੋਂ ਫਿਰ ਤੁਸੀਂ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਦੇ ਵਿੱਚ ਡਿਪਟੀ ਡਿਸਟ੍ਰਿਕਟ ਅਟਾਰਨੀ ਦੇ ਤੌਰ ਦੇ ਉੱਤੇ ਜਦੋਂ ਤੁਸੀਂ ਵਿਚਰ ਰਹੇ ਸੀਗੇ, ਟੈਲ ਮੀ ਸਮਥਿੰਗ ਅਬਾਊਟ ਇਟ। ਕਿਹੜਾ ਈਅਰ ਸੀਗਾ ਜਦੋਂ ਤੁਹਾਨੂੰ ਉਹਨਾਂ ਨੇ ਉਹ ਹਾਇਰ ਕੀਤਾ? ਵਾਟ ਵਾਸ ਇਟ ਫੀਲ ਲਾਈਕ? ਨਵਾਂ ਇੱਕ ਗ੍ਰੈਜੂਏਟ ਮੁੰਡਾ ਅਜੇ ਵਕੀਲ ਬਣਿਆ ਆ ਤੇ ਉਹਨੂੰ ਇੱਕ ਪ੍ਰੋਸੀਕਿਊਟਰ ਦੇ ਤੌਰ ਦੇ ਉੱਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਪਬਲਿਕ ਦੇ ਲਈ ਜਿਹੜੀ ਉਹ ਮਿਲੀ ਹੈ। ਜੀ ਇਨੀਸ਼ੀਅਲ ਜਿਹੜੀ ਫੀਲਿੰਗ ਆਉਂਦੀ ਹੈ ਕਿ ਵੀ ਇੱਕ ਤਾਂ ਮਾਣ ਹੁੰਦਾ ਹੈ ਕਿ ਵੀ ਓਕੇ ਅਸੀਂ ਹਮੇਸ਼ਾ ਸੁਪਨੇ ਦੇਖਦੇ ਸੀ ਕਿ ਵੀ ਅਸੀਂ ਇੱਥੇ ਪਹੁੰਚ ਜਾਈਏ ਤੇ ਹੁਣ ਅਸੀਂ ਇੱਥੇ ਪਹੁੰਚ ਗਏ ਤੇ ਹੁਣ ਅਸੀਂ ਕੀ ਕਰਨਾ ਆ। ਐਗਜ਼ੈਕਟਲੀ। ਬੰਦਾ ਜਿਵੇਂ ਤੁਸੀਂ ਦੇਖਦੇ ਆ ਕਿ ਵੀ ਓਕੇ ਦਿਸ ਇਜ਼ ਵਾਟ ਆਈ ਵਾਂਟਡ ਟੂ ਬੀ, ਦਿਸ ਇਜ਼ ਵੇਅਰ ਵਾਟ ਦ ਗੋਲ ਵਾਸ ਐਂਡ ਨਾਓ ਆਮ ਹੇਅਰ ਹੂੰ, ਐਂਡ ਨਾਓ ਵਾਟ ਡੂ ਵੀ ਡੂ। ਤੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਹਾਇਰ ਕੀਤਾ ਜਦੋਂ ਕੋਵਿਡ ਚੱਲ ਰਿਹਾ ਸੀਗਾ। ਠੀਕ ਹੈ। 2018 2019 ਦੇ ਵਿੱਚ ਕੋਵਿਡ ਹੋਇਆ ਸੀਗਾ ਤੇ ਉੱਥੇ ਫਿਰ ਜਦੋਂ ਅਸੀਂ ਕੰਮ ਕਰ ਰਹੇ ਸੀ ਦੇ ਗੇਵ ਅਸ ਸਾਡੀ ਜਿਹੜੀ ਪੋਸਟ ਸੀਗੀ, ਅਸੀਂ ਪ੍ਰਾਇਮਰੀ ਡੀਏ ਸੀਗੇ ਸ਼ੈਫਟਰ ਸ਼ਹਿਰ ਦੇ, ਹੂੰ, ਡਲੇਨੋ ਸ਼ਹਿਰ ਦੇ
ਤੇ ਹੂੰ। ਮੈਕਫਾਰਲੈਂਡ ਸ਼ਹਿਰ ਦੇ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੀ ਕੀਤਾ, ਜਿਹੜੀ ਇੱਕ ਸਪੈਸ਼ਲਾਈਜ਼ਡ ਯੂਨਿਟ ਆ, ਸਪੈਸ਼ਲਾਈਜ਼ਡ ਟਾਸਕ ਫੋਰਸ, ਜਿਹੜੀ ਡਰੱਗ ਯੂਨਿਟ ਆ, ਜੀ। ਡਰੱਗ ਯੂਨਿਟ ਦੇ ਅਸੀਂ ਹੈਡ ਸੀਗੇ ਉਸ ਟਾਈਮ ਤੇ। ਓਕੇ। ਸੋ ਕਿੰਨੇ ਸਾਲ ਹੁਣ ਤੁਹਾਨੂੰ ਐਕਸਪੀਰੀਅੰਸ ਹੋ ਗਿਆ ਸੀਗਾ ਇਸ ਦੇ ਵਿੱਚ, ਜਦੋਂ ਤੁਸੀਂ ਰੀਸੈਂਟਲੀ ਥੋੜੇ ਦਿਨ ਪਹਿਲਾਂ ਸਹੁੰ ਚੁੱਕੀ ਆ ਐਜ਼ ਅ ਜੱਜ? ਹੁਣ ਤਾਂ ਜੀ ਸਾਨੂੰ 5 ਸਾਲ ਹੋ ਗਏ ਲਾਅ ਪ੍ਰੈਕਟਿਸ ਕਰਦੇ ਨੂੰ। ਠੀਕ ਆ। ਓਕੇ। ਸੋ 5 ਸਾਲ ਦਾ ਐਕਸਪੀਰੀਅੰਸ ਕਿੱਦਾਂ ਤੁਸੀਂ ਦੇਖਦੇ ਆ, ਲਾਈਕ ਇੰਟਰਸਟਿੰਗ, ਜਾਂ ਇਸ ਦੇ ਬਾਰੇ ਤੁਸੀਂ ਕੀ ਹੋਰ ਦੱਸਣਾ ਚਾਹੁੰਦੇ ਆ ਜਿਹੜੇ ਸਾਡੇ ਸੁਣ ਰਹੇ ਆ, ਦੇਖ ਰਹੇ ਆ ਉਹਨਾਂ ਨੂੰ? ਇੱਕ ਤਾਂ ਜੀ ਅਸੀਂ ਮੰਮੀ ਡੈਡੀ ਨਾਲ ਹਮੇਸ਼ਾ ਗੱਲ ਕਰਦੇ ਹਾਂ, ਅਸੀਂ ਹੱਸਦੇ ਹਾਂ, ਅਸੀਂ ਕਹਿੰਦੇ ਹਾਂ ਕਿ ਵੀ ਮਾਂ-ਪਿਓ ਸਾਰੇ ਕਹਿੰਦੇ ਨੇ ਕਿ ਵੀ ਜੀ ਪੜ੍ਹ ਲਓ, ਪੜ੍ਹ ਲਓ, ਪੜ੍ਹ ਲਓ, ਜ਼ਿੰਦਗੀ ਸੌਖੀ ਹੋ ਜਾਊਗੀ। ਤੇ ਜਦੋਂ ਅਸੀਂ ਪ੍ਰੋਸੀਕਿਊਟਰ ਸੀਗੇ ਤੇ ਇਸ ਲਾਈਨ ਦੇ ਤੇ ਤੁਸੀਂ ਹੈਗੇ ਹੋ, ਪ੍ਰੈਸ਼ਰ ਹੀ ਇੰਨਾ ਜ਼ਿਆਦਾ ਆ। ਅਸੀਂ ਹੁਣ ਮਜ਼ਾਕ ਕਰਦੇ ਹਾਂ ਕਿ ਵੀ ਜੀ ਤੁਸੀਂ ਕਹਿੰਦੇ ਸੀ ਪੜ੍ਹ ਲਓ, ਜ਼ਿੰਦਗੀ ਸੌਖੀ ਹੋ ਜਾਏਗੀ। ਹੁਣ ਜੀ ਜਿੰਨੀ ਜ਼ਿੰਦਗੀ ਔਖੀ ਆ, ਉਨੀ ਔਖੀ ਕਦੇ ਹੋਈ ਨਹੀਂ। It's a blessing. ਬਟ ਇਟ ਇਜ਼ ਅ ਬਲੈਸਿੰਗ। Yeah. ਪ੍ਰੈਸ਼ਰ ਹੀ ਬਹੁਤ ਆ, ਕਿਉਂਕਿ ਹਾਂ। ਸੋਚੋ ਇਹ ਤੁਸੀਂ ਐਜ਼ ਅ ਡਿਸਟ੍ਰਿਕਟ ਅਟਾਰਨੀ ਜੇ ਤੁਸੀਂ ਕੇਸ ਹਾਰਦੇ ਹੋ, ਹੂੰ, 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 ਤੁਸੀਂ ਲੜ ਤਾਂ ਇਨਸਾਫ ਲਈ ਰਹੇ ਹੋ। ਹੂੰ, ਜੇ ਹੂੰ, ਤਾਂ ਹੂੰ, ਤੁਸੀਂ ਹਾਰਦੇ ਹੋ, then somebody gets away with something। ਹੂੰ, ਜੇ ਤਾਂ ਤੁਸੀਂ ਪ੍ਰਾਈਵੇਟ ਪ੍ਰੈਕਟਿਸ ਦੇ ਵਿੱਚ ਦੇਖਦੇ ਹੋ, ਤੇ ਜੇ ਤੁਹਾਨੂੰ ਲੱਗਦਾ ਕਿ ਵੀ ਬੰਦਾ ਇਨੋਸੈਂਟ ਆ, ਹੂੰ, ਜੇ ਤੁਸੀਂ ਹਾਰਦੇ ਹੋ, ਇੱਕ ਬੰਦੇ ਦੀ ਜ਼ਿੰਦਗੀ ਜਿਵੇਂ ਅਸੀਂ ਕਹਿੰਦੇ ਹਾਂ, ਉਹ ਰੁਲ ਜਾਂਦੀ ਹੈ। ਹੂੰ, 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 ਜਾਂ ਜੇ ਅਸੀਂ ਚਾਈਲਡ ਕਸਟਡੀ ਦੀ ਕੇਸ ਜਦੋਂ ਅਸੀਂ ਲੜਦੇ ਹਾਂ, somebody ਹੂੰ, loses their kid if you don't do your job the right way। ਹੂੰ, ਸੋ ਉਹ ਜਿਹੜਾ ਪ੍ਰੈਸ਼ਰ ਆ ਉਹ ਸਦਾ ਰਹਿੰਦਾ ਆ। ਹੂੰ, ਤੇ ਬਟ ਉਹ ਜਿਹੜਾ ਪ੍ਰੈਸ਼ਰ ਆ, ਉਹ ਪ੍ਰੈਸ਼ਰ ਕਰਕੇ ਹੀ ਅਸੀਂ ਇਹ ਕੰਮ ਕਰਦੇ ਹਾਂ, ਉਹ ਪ੍ਰੈਸ਼ਰ ਕਰਕੇ ਹੀ ਅਸੀਂ ਸੇਵਾ ਨਿਭਾ ਸਕਦੇ ਹਾਂ। ਹੂੰ। ਸੋ ਇਟਸ ਅ ਬਲੈਸਿੰਗ ਓਵਰਆਲ, ਯੂ ਨੋ। ਸੋ ਉਹ ਪ੍ਰੈਸ਼ਰ ਨੇ ਕਿੱਦਾਂ ਤੁਹਾਨੂੰ ਮੋਲਡ ਕੀਤਾ? ਆਈ ਥਿੰਕ ਜੀ ਪ੍ਰੈਸ਼ਰ ਕਰਕੇ ਹੀ ਅਸੀਂ ਰੱਬ ਨਾਲ ਥੋੜ੍ਹੇ ਜਿਹੇ ਜ਼ਿਆਦਾ ਜੁੜਨ ਲੱਗ ਪਏ ਐਟ ਦੈਟ ਟਾਈਮ, ਕਿਉਂਕਿ ਤੁਹਾਨੂੰ ਕੋਈ ਹੋਰ ਚਾਰਾ ਲੱਭਦਾ ਨੀ ਗਾ ਨਾ। ਹੁਣ ਤੁਹਾਡੇ ਤੇ ਇੰਨਾ ਪ੍ਰੈਸ਼ਰ ਆ, ਇੰਨੀ ਸਟ੍ਰੈਸ ਆ, ਬੰਦਾ ਕਿੱਥੇ ਜਾਵੇ, ਹਨਾ? ਉਹ ਐਜ਼ ਅ ਸਟ੍ਰੈਸ ਰਿਲੀਫ ਕਰਨ ਲਈ ਸਾਡੇ ਲਈ ਤਾਂ ਸਿਰਫ ਜਿਵੇਂ 2 ਚੀਜ਼ਾਂ ਨੇ, ਇੱਕ ਤਾਂ ਜਿਮ ਤੇ ਦੂਜੀ ਗੱਲ ਮਹਾਰਾਜ ਦੇ ਚਰਨਾਂ 'ਚ ਬੈਠਣਾ ਹੂੰ, 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 ਤੇ ਉਹ ਗਾਈਡੈਂਸ ਲੱਭਣਾ। ਹੂੰ, ਹੂੰ, ਹੂੰ। ਸੋ ਉਹ ਪ੍ਰੈਸ਼ਰ ਕਰਕੇ ਆਈ ਥਿੰਕ ਕਿ ਵੀ ਅਸੀਂ ਸਿੱਖੀ ਵੱਲ ਥੋੜ੍ਹੀ ਜਿਹੀ ਜ਼ਿਆਦਾ ਜੁੜਨ ਲੱਗ ਪਏ ਸੀਗੇ। ਸੋ ਸਿੱਖ ਸਿਧਾਂਤ ਹੈਲਪ ਕਰਦੇ ਆ ਤੁਹਾਨੂੰ ਇਹਦੇ ਵਿੱਚ, ਆਪਣੇ ਕੰਮ 'ਚ? ਬਿਲਕੁਲ ਜੀ, ਉਹ ਤਾਂ ਬਿਨਾਂ ਗੱਲ ਹੀ ਨਹੀਂ ਬਣਨੀ। ਹੂੰ। ਐਕਸਪਲੇਨ ਥੋੜਾ ਜਿਹਾ ਇਸ ਨੂੰ, ਥੋੜਾ ਹੋਰ ਜੇ ਤੁਸੀਂ ਇੱਥੇ ਡੀਪ ਕੱਟ ਕਰਨਾ ਹੋਵੇ। ਹਾਂਜੀ। ਜਦੋਂ ਜੀ ਅਸੀਂ ਸਟ੍ਰੈਸ ਬਾਰੇ ਸੋਚੀਏ, ਹੂੰ, if we look at stress, we realize that there's only certain things that are in our capability। ਆਪਣੇ ਹੱਥਾਂ 'ਚ ਕਈ ਚੀਜ਼ਾਂ ਹੈਗੇ ਨੇ, ਤੇ ਸਾਡਾ ਕੀ ਆ, ਸਾਡਾ ਗੋਲ ਇਹੀ ਆ ਕਿ ਵੀ ਜੀ ਵੀ ਅਸੀਂ ਕਿਰਤ ਕਿਵੇਂ ਕਰਨੀ ਆ, ਅਸੀਂ ਕੰਮ ਡਟ ਕੇ ਕਿਵੇਂ ਕਰਨਾ ਆ ਵੱਧ ਤੋਂ ਵੱਧ, ਉਹਦਾ ਰਿਜ਼ਲਟ ਪੋਜ਼ਿਟਿਵ ਔਰ ਨੈਗੇਟਿਵ। ਦੈਟਸ ਰਿਲੇਟਿਵ। ਉਹ ਬੰਦੇ ਦੇ ਹਿਸਾਬ ਦੇ ਨਾਲ ਉਹ ਰਿਲੇਟਿਵ ਰਹਿੰਦਾ। ਬਿਲਕੁਲ, ਬਿਲਕੁਲ। You know, to understand that, hey, we did the best that we can do and get the favorable result. And if you don't get the favorable result, how do you deal with that pressure, that loss? ਉਹ ਜਿਹੜੀ loss ਹੈ, ਉਹਦੇ ਨਾਲ ਤੁਸੀਂ ਕਿਵੇਂ ਡੀਲ ਕਰਨਾ ਹੈ? ਉਹ ਜੀ ਸਿੱਖੀ ਸਿਧਾਂਤ ਦੇ ਵਿੱਚ ਇਹੀ ਲਿਖਿਆ ਹੋਇਆ ਹੈ ਕਿ ਵੀ ਤੁਸੀਂ ਆਪ ਕਰੋ ਜੋ ਤੁਸੀਂ ਕਰ ਸਕਦੇ ਹੋ, ਉਹ ਤਾਂ ਹੁਣ ਰੱਬ ਦੇ ਹੱਥ 'ਚ ਆ। You know, so ਸਿੱਖੀ ਨੇ ਗਾਈਡ ਕੀਤਾ ਹੈ every case। ਸਬਰ। ਹਾਂਜੀ, ਬਿਲਕੁਲ। ਸਬਰ। ਭਾਣੇ ਨੂੰ ਮੰਨਣਾ। ਹਾਂਜੀ ਜੀ, ਬਿਲਕੁਲ। ਇਹ ਸਾਰੀਆਂ ਚੀਜ਼ਾਂ। ਐਨੀ ਕੇਸ ਯੂ ਸਪੈਸੀਫਿਕਲੀ ਵਾਂਟ ਟੂ ਡਿਸਕਸ, ਜਾਂ ਕੋਈ ਗੱਲ ਜਿਹੜੀ ਆਈ ਨੋ ਜਿਹੜਾ ਆਲਰੇਡੀ ਡਨ ਹੋ ਚੁੱਕਾ ਤੁਹਾਡੀ ਇਸ ਡਿਊਰਿੰਗ ਜਿਹੜੇ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਦੇ ਵਿੱਚ, which is something you remember still? I know there will be plenty, but like ਕੋਈ ਇਦਾਂ ਦਾ ਕੇਸ ਸਪੈਸਿਫਿਕ ਤਾਂ ਬਹੁਤ ਜ਼ਿਆਦਾ ਨੇ। ਬਟ ਪ੍ਰੋਬਲਮ ਇਸ ਕਿ ਵੀ ਉਹ ਕੌਨਫੀਡੈਂਸ਼ੀਅਲਿਟੀ ਕਰਕੇ ਉਹ ਅਸੀਂ ਕੇਸ ਬਾਰੇ ਨਹੀਂ ਕਰ ਸਕਦੇ, ਪਰ ਹਾਂ ਮੈਂ ਬਿਲਕੁਲ ਇਹ ਕਰ ਸਕਦਾ ਵੀ ਐਕਸਪੀਰੀਅੰਸ ਮੈਂ ਤੁਹਾਨੂੰ ਦੱਸ ਸਕਦਾ। Sure, ਜਿਹੜੀ ਸਾਡੇ ਨਾਲ ਰਹੀ ਆ। ਆਈ ਥਿੰਕ ਉਸ ਟਾਈਮ ਦੇ ਉੱਤੇ ਜਦੋਂ ਅਸੀਂ ਐਜ਼ ਅ ਡੈਪੂਟੀ ਡਿਸਟ੍ਰਿਕਟ ਅਟਾਰਨੀ ਉਦੋਂ ਅਸੀਂ ਬਣੇ ਸੀਗੇ, ਕੋਰਟ ਹਾਊਸ ਦੇ ਵਿੱਚ ਜਾਣਾ, ਆਈ ਥਿੰਕ ਲੋਕਾਂ ਨੂੰ ਪਹਿਲਾਂ ਏਦਾਂ ਲੱਗਿਆ ਕਿ ਵੀ ਇਹ ਬੰਦਾ ਇੱਕ ਪੰਜਾਬੀ ਇੰਟਰਪ੍ਰੀਟਰ ਆ। ਵਾਓ। ਤੇ ਫਿਰ ਮੁੜ ਕੇ ਕਹਿਣਾ ਕਿ ਵੀ ਨਵਰਾਜ ਰਾਏ ਫॉर द पीपल।
ਹੂੰ। ਉਹ ਜੀ ਜਿਹੜਾ ਇੱਕਦਮ ਜਿਵੇਂ ਤੁਸੀਂ ਦੇਖਦੇ ਹੋ ਉਹ ਜਿਹੜੀ ਔਰਾ ਕਹਿ ਦਿੰਦੇ ਆ ਜਾਂ ਝਟਕਾ ਕਹਿ ਦਿੰਦੇ ਆ ਜਾਂ ਵਾਈਬਸ ਜਿਹੜੇ ਹੈਗੇ ਨਾ ਕੋਰਟ ਰੂਮ ਦੇ ਵਿੱਚ ਇੱਕਦਮ ਸ਼ਿਫਟ ਹੋਣ ਹੂੰ, 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 ਕਿ ਵੀ ਹੂੰ, ਜੀ ਕਿ ਵੀ ਨਹੀਂ ਇਹ ਇੰਟਰਪ੍ਰੀਟਰ ਨਹੀਂ ਹੈਗਾ, ਦਿਸ ਇਜ਼ ਅ ਪ੍ਰੋਸੀਕਿਊਟਰ। ਹੂੰ। ਆਈ ਥਿੰਕ ਕਿ ਵੀ ਉਸ ਟਾਈਮ ਤੇ ਜਿਹੜੀ ਆਮ ਪਬਲਿਕ ਆ, ਜਿਹੜੀ ਨਾਰਮਲ ਜਨਤਾ ਆ, ਆਈ ਥਿੰਕ ਉਹਨਾਂ ਦੇ ਤੇ ਬਹੁਤ ਇੰਪੈਕਟ ਪਿਆ। ਇਹ ਵੀ ਇਹ ਮੇਰਾ ਪ੍ਰਚਾਰ ਸੀ। ਸਿੱਖ ਆਇਡੈਂਟੀਟੀ ਦਾ। ਹਾਂਜੀ, ਫॉर ਮੀ ਦੈਟਸ ਵਾਟ ਇਟ ਵਾਸ। ਹੂੰ, ਕਿ ਹੂੰ, ਵੀ ਹੂੰ, ਉੱਥੇ ਹੂੰ। ਕੋਰਟ ਰੂਮ ਦੇ ਵਿੱਚ ਹਮੇਸ਼ਾ ਜਾਣਾ, ਆਪਣੇ ਆਪ ਨੂੰ ਇਸ ਹਿਸਾਬ ਨਾਲ ਪ੍ਰੈਜ਼ੈਂਟ ਕਰਨਾ ਕਿ ਵੀ it's not just me, it's the whole community that's here. ਹੂੰ, 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 ਹੂੰ। So that was a really memorable experience ਜੋ ਜਦੋਂ ਅਸੀਂ ਉਹ ਚੀਜ਼ ਦੇਖੀ। ਇਹ ਜਿਹੜੀ ਚੀਜ਼ ਤੁਸੀਂ ਇਹ ਗੱਲ ਕੀਤੀ ਵੀ ਆਈ ਥਿੰਕ ਇਟਸ ਕਾਲਡ ਸਟੀਰੀਓਟਾਈਪਿੰਗ ਜਦੋਂ ਬੰਦੇ ਇਹ ਕਹਿ ਸਕਦੇ ਹਾਂ। ਲਾਈਕ ਰਾਈਟ ਵੀ ਹਾਂਜੀ, ਉਹ ਸਰਟਨ ਕਾਈਂਡ ਆਫ ਜਿਹੜੇ ਸਰਟਨ ਐਥਨਿਸਿਟੀ ਜਾਂ ਸਰਟਨ ਕੌਮ ਦੇ ਲੋਕਾਂ ਨੂੰ ਇੱਕ ਕੰਮ ਦੇ ਨਾਲ ਜੋੜ ਕੇ ਜਿਹੜਾ ਉਹ ਦੇਖਣਾ ਤੁਸੀਂ ਉਹ ਭਰਮ ਤੋੜਿਆ। you can say it that way ਵੀਰ ਜੀ। ਏਦਾਂ ਕਹਿਣਾ ਹੋਰ ਤਾਂ ਫੀਲਿੰਗ ਹੋਰ ਤਰ੍ਹਾਂ ਦੀ ਹੈ ਏਦਾਂ ਕਹਿਣਾ, but you can ਡਿਡ ਯੂ say ਫੀਲ ਤੁਸੀਂ ਉਹ ਫੀਲ ਕੀਤਾ ਉਦੋਂ ਜਦੋਂ ਪਹਿਲੀ ਵਾਰੀ ਤੁਹਾਡਾ ਕੋਰਟ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਨਵਰਾਜ ਰਾਏ ਫॉर द ਪੀਪਲ ਜਦੋਂ ਇਹ ਚੀਜ਼ ਸੁਣੀ what was like goosebumps? ਬਿਲਕੁਲ ਜੀ it was lots of goosebumps। ਤੇ ਏਦਾਂ ਸੀ ਕਿ ਵੀ ਓਕੇ ਜੀ ਵੀ ਹੁਣ ਅਸੀਂ ਇੱਥੇ ਪਹੁੰਚ ਗਏ ਹੂੰ ਤੇ ਹੁਣ ਅਸੀਂ ਸਿੱਖਾਂ ਦੇ ਬਿਹਾਫ ਦੇ ਉੱਤੇ ਹੂੰ ਹੂੰ ਜਸਟਿਸ ਅਸੀਂ ਲੜਨੀ ਆ ਤੇ ਹੁਣ ਅਸੀਂ ਦਿਖਾਉਣਾ ਆ, ਹੁਣ ਇਹ ਟਾਈਮ ਹੈਗਾ ਆ ਪ੍ਰਚਾਰ ਕਰਨ ਦਾ। what do Sikhs stand for? ਹੂੰ Justice, equality, protecting those who cannot protect themselves। ਹਨਾ ਜਿਵੇਂ ਜੇ ਅਸੀਂ ਕਿਰਪਾਨ ਦੀ ਸਿੰਬਲਿਜ਼ਮ ਜੇ ਅਸੀਂ ਦੇਖ ਲਈਏ ਵੀ ਉਹਦਾ ਮਤਲਬ ਕੀ ਆ, ਹੂੰ ਉਹਨੂੰ ਤੁਸੀਂ ਐਜ਼ ਅ ਜੌਬ ਡਿਸਕ੍ਰਿਪਸ਼ਨ ਦੇ ਹਿਸਾਬ ਨਾਲ ਜੇ ਤੁਸੀਂ ਦੇਖ ਲਓ, ਸੇਮ ਥਿੰਗ, ਪ੍ਰੋਟੈਕਟ ਦੋਜ਼ ਮਜਲੂਮ ਲਈ ਖੜਨਾ। ਬਿਲਕੁਲ। ਉਹ ਜਦੋਂ ਤੁਸੀਂ ਪਹਿਲੀ ਵਾਰੀ ਕੋਰਟ ਦੇ ਵਿੱਚ ਰਿਪਰੈਜ਼ੈਂਟ ਕਰ ਰਹੇ ਸੀ ਲਾਈਕ ਤੁਸੀਂ ਕਿੰਨੀ ਕੁ ਉਮਰ ਸੀਗੀ 25 ਪਲੱਸ ਕੁਛ ਇੰਨਾ ਕੁ ਸੀਗਾ ਇੱਥੇ ਕੁ ਸੀਗਾ ਇਹ ਬੜਾ ਯੰਗ ਜਿਹਾ ਇੱਕ ਨੌਜਵਾਨ ਹੁੰਦਾ ਆ that must be a lot of pressure too। I think that was roughly the age 25 26 when I see that। ਹਾਂਜੀ ਕਿੰਨਾ ਪ੍ਰੈਸ਼ਰ ਫੀਲ ਕਰ ਰਹੇ ਸੀ ਉਦੋਂ? ਪ੍ਰੈਸ਼ਰ ਤਾਂ ਜੀ ਸੀਗਾ ਕਿਉਂਕਿ ਤੁਸੀਂ ਐਜ਼ ਅ ਫਰਸਟ ਸਿੱਖ ਡੈਪੂਟੀ ਡਿਸਟ੍ਰਿਕਟ ਅਟਾਰਨੀ ਜੇ ਤੁਸੀਂ ਕੇਸ ਹਾਰਦੇ ਹੋ ਫਿਰ ਉਹ ਹੋਰ ਜਿਹੜਾ ਐਕਸਪੀਰੀਅਰ ਹੈਗਾ ਆ ਨਿਊਜ਼ ਬਣ ਜਾਂਦੀ ਹੈ। ਹਾਂਜੀ ਜੀ, ਕਿਉਂਕਿ ਉਹ ਮੈਂ ਚਾਹੁੰਦਾ ਨਹੀਂ ਸੀਗਾ ਕਿ ਵੀ ਲੋਕੀ ਇਦਾਂ ਸਮਝਣ ਕਿ ਵੀ ਇਹਨੂੰ ਸਿਰਫ ਬਿਕਾਜ਼ ਉਹ ਸਿੱਖਿਆ ਇਸ ਕਰਕੇ ਉਹਨੂੰ ਹਾਇਰ ਕੀਤਾ ਗਿਆ। ਇਹਨੂੰ ਹਾਇਰ ਇਸ ਕਰਕੇ ਕੀਤਾ ਗਿਆ ਕਿਉਂਕਿ ਇਹਨੇ ਆਪਣੀ ਬੈਚਲਰਸ ਇਹਦੇ ਕੋਲੇ ਕੁਆਲੀਫਿਕੇਸ਼ਨ ਹੈਗੇ ਨੇ because of his ability। because of the ability, and at that point in time now you have to prove that ability। And so at that point in time the pressure was twofold. It was hey, this is my first case and now I'm appearing, and now you also have the secondary pressure of hey, I represent a certain community, but I need to make sure that I demonstrate to everybody that I wasn't hired because of that reason. I was hired because of my ability and the qualifications that I bring to the table। ਇੱਕ ਛੋਟੇ ਜਿਹੇ ਨੌਜਵਾਨ ਮੁੰਡੇ ਦੇ ਉੱਤੇ ਕਾਫੀ ਜ਼ਿਆਦਾ ਦਬਾਅ ਹੋ ਜਾਂਦਾ ਹੈ। ਪਰ ਨਰਵਸ ਸੈਟਲ ਹੋ ਗਈਆਂ? ਹੁਣ ਤਾਂ ਜੀ no, I think it's almost like a daily thing ਵੀਰ ਜੀ। Really? ਹਾਂਜੀ, ਇਹਦਾ ਕਾਰਨ ਇਹ ਹੈ ਕਿਉਂਕਿ ਜਿਹੜੀ ਤੁਹਾਡੀ ਜਿਹੜੇ consequences ਨੇ ਕੇਸ ਦੇ consequences ਹੀ ਇੰਨੇ ਹਾਈ ਨੇ ਤੁਹਾਡੇ ਨਰਵਸ ਸੈਟਲ ਹੋ ਹੀ ਨਹੀਂ ਸਕਦੇ। You need to have that thing tingling ਚਾਹੀਦੀ ਆ ਹਾਂਜੀ ਤਾਂ ਹੀ ਬੰਦਾ ਫਿਰ ਉਹ ਲੜਦਾ ਹੈ। ਹਾਂਜੀ ਜੀ ਬਿਲਕੁਲ ਬਿਲਕੁਲ। ਸੋ ਸਾਰਿਆਂ ਨੂੰ ਪਤਾ ਵੀ ਇੱਕ ਪਬਲਿਕ ਪ੍ਰੋਸੀਕਿਊਟਰ ਇੱਕ ਵਕੀਲ ਜਿਹੜਾ ਪ੍ਰਾਈਵੇਟ ਪ੍ਰੈਕਟਿਸ ਕਰ ਰਿਹਾ ਆ ਪੇ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਸੋ ਯੂ ਕੈਪਟ ਗੋਇੰਗ ਤੁਸੀਂ ਆਪਣੀ ਜਿਹੜੀ ਪ੍ਰਾਈਵੇਟ ਪ੍ਰੈਕਟਿਸ ਵੀ ਜਿਹੜੀ ਉਹ ਕੀਤੀ ਸੀ ਕਿ ਨਾਲ? ਹਾਂਜੀ ਜੀ, ਸੋ ਜਦੋਂ ਤੁਸੀਂ ਪ੍ਰੋਸੀਕਿਊਟਰ ਬਣਦੇ ਹੋ ਉਦੋਂ ਉਸ ਟਾਈਮ ਦੇ ਤੇ ਤੁਸੀਂ ਸਿਰਫ ਉਸ ਪੱਧਰ ਦੇ ਉੱਤੇ ਖੜੇ ਹੋ। ਸੋ ਜਦੋਂ ਤੁਸੀਂ ਐਜ਼ ਅ ਪ੍ਰੋਸੀਕਿਊਟਰ ਹੋ ਜਾਂ ਸਰਕਾਰੀ ਵਕੀਲ ਆਪਾਂ ਕਹਿ ਦਿੰਦੇ ਹਾਂ, ਸਿਰਫ ਸਰਕਾਰੀ ਵਕੀਲ ਹੀ ਬਣ ਸਕਦੇ ਹੋ, ਤੁਹਾਡਾ ਆਪਣਾ ਪ੍ਰਾਈਵੇਟ ਪ੍ਰੈਕਟਿਸ ਹੋ ਨਹੀਂ ਹੋ ਸਕਦਾ। ਓਕੇ। ਹਾਂਜੀ, ਸੋ ਜਦੋਂ ਅਸੀਂ ਡਰੱਗ ਯੂਨਿਟ ਦੇ ਹੈੱਡ ਸੀਗੇ ਉਸ ਤੋਂ ਥੋੜੇ ਚਿਰ ਬਾਅਦ ਫਿਰ ਅਸੀਂ ਸੋਚਿਆ ਕਿ ਵੀ ਓਕੇ ਜੀ ਵੀ ਹੁਣ ਜਿਸ ਚੀਜ਼ ਕਰਕੇ ਅਸੀਂ ਵਕੀਲ ਬਣੇ ਆ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨ ਲਈ ਕਿ ਵੀ ਜਿਹੜੇ ਬੰਦੇ ਇੰਗਲਿਸ਼ ਨਹੀਂ ਬੋਲ ਸਕਦੇ
ਜਿਹੜੇ ਬੰਦਿਆਂ ਦੇ ਤੇ ਫਾਇਦਾ ਉਠਾ ਰਿਹਾ ਜਾ ਰਿਹਾ, ਹੁਣ ਜੀ ਉਹ ਜਿਹੜਾ ਮਿਸ਼ਨ ਹੈ, ਹੁਣ ਅਸੀਂ ਉਹ ਮਿਸ਼ਨ ਕੰਪਲੀਟ ਕਰਨਾ ਹੈ ਜਿਹਦੇ ਕਰਕੇ ਅਸੀਂ ਵਕੀਲ ਬਣੇ ਸੀ। ਸੋ ਉਹ ਜੀ ਜਿਵੇਂ ਕਾਰਨ ਸੀਗਾ ਸਾਡਾ। ਫਿਰ ਅਸੀਂ ਕਿਹਾ ਕਿ ਵੀ ਓਕੇ ਜੀ, ਵੀ ਹੁਣ ਇਟਸ ਟਾਈਮ ਟੂ ਓਪਨ ਅਪ ਆਵਰ ਓਨ ਪ੍ਰੈਕਟਿਸ। ਤੁਸੀਂ ਫਿਰ ਕਿੰਨੇ ਚਿਰ ਉੱਥੇ ਕੰਮ ਕੀਤਾ ਡਿਸਟ੍ਰਿਕਟ ਅਟਾਰਨੀ ਦੇ? ਅਪਰੋਕਸੀਮੇਟਲੀ 2 ਸਾਲ ਵਿੱਚ। 2 ਸਾਲ ਕੀਤਾ। ਫਿਰ ਹਾਂਜੀ। ਤੁਸੀਂ ਆਪਣੀ ਪ੍ਰਾਈਵੇਟ ਪ੍ਰੈਕਟਿਸ ਜਿਹੜੀ ਉਹ ਸ਼ੁਰੂ ਹਾਂਜੀ। ਜਿਹੜੀ ਉਹ ਕਰ ਲਈ। ਚਲੋ ਉਹ ਵੀ ਵਧੀਆ ਹੈ, ਕੰਗ੍ਰੈਚੁਲੇਸ਼ਨਸ ਉਹ ਸਾਰੀ ਚੀਜ਼ ਦੇ ਲਈ। ਇਹ ਹੁਣ ਇੰਨਾ ਸਾਰਾ ਕੁਛ ਜਿਹੜਾ ਉਹ ਵਾਪਰਿਆ, ਅੱਜ ਆਪਾਂ ਜਿਹੜੀ ਹੁਣ ਗੱਲ ਕਰ ਰਹੇ ਹਾਂ, ਤੁਸੀਂ ਜਿੱਦਾਂ ਦੱਸਿਆ ਵੀ 16 ਤਰੀਕ ਨੂੰ ਸਹੁੰ ਚੁੱਕੀ ਕਰਨ ਕਾਊਂਟੀ ਦੇ ਸੁਪੀਰੀਅਰ ਕੋਰਟ ਦੇ ਪ੍ਰੋ ਟਰਮ ਜਿਹੜੇ ਉਹ ਜੱਜ ਜਿਹੜੇ ਉਹ ਬਣੇ ਆ, ਸਹੁੰ ਚੁੱਕੀ ਆ। What was it feel like? ਕਦੋਂ ਤੁਹਾਨੂੰ ਪਤਾ ਲੱਗਾ ਸੀਗਾ ਵੀ ਤੁਹਾਨੂੰ ਜੱਜ ਨਿਯੁਕਤ ਕੀਤਾ ਜਾ ਰਿਹਾ ਹੈ? ਉਸ ਟਾਈਮ ਤੇ ਵੀ ਜੀ ਹਨਾ ਬੰਦੇ ਨੂੰ ਉਹ ਜਿਵੇਂ ਲਾਈਕ ਐਜ਼ ਅ ਸੁਪਰਨੈਚੁਰਲ ਫੀਲਿੰਗ, ਜਿਵੇਂ ਨਹੀਂ ਕਹਿ ਦਿੰਦੇ ਕਿ ਵੀ ਇਟਸ ਲਾਈਕ ਸਰਰੀਅਲ, ਕਿ ਬੰਦੇ ਨੂੰ ਯਕੀਨ ਨਹੀਂ ਹੋ ਰਿਹਾ ਕਿ ਵੀ ਹਾਂ ਇਹ ਚੀਜ਼ ਹੋ ਰਿਹਾ। ਚੁੰਡੀ ਵੱਡੀ ਫਿਰ? ਹਾਂਜੀ ਜੀ, ਬਿਲਕੁਲ। ਉਸ ਟਾਈਮ ਤੇ ਵਾਸ ਕਾਈਂਡ ਆਫ ਲਾਈਕ ਕਿ ਵੀ ਓਕੇ, ਜਦੋਂ ਅਸੀਂ ਸਹੁੰ ਚੁੱਕ ਰਹੇ ਸੀਗੇ ਨਾ, ਜਦੋਂ ਅਸੀਂ ਸੰਗਤ ਵੱਲ ਦੇਖਦੇ ਹਾਂ, ਉਸ ਟਾਈਮ ਤੇ ਵੀ ਜੀ ਪਤਾ ਲੱਗਾ ਕਿ ਵੀ ਨਹੀਂ, ਵੀ ਇਹ ਜਿਹੜਾ ਮੂਮੈਂਟ ਆ, ਇਹ ਮੂਮੈਂਟ ਇਜ਼ ਬਿਗਰ ਦੈਨ ਆਈ ਰੀਅਲਾਈਜ਼ਡ। ਕਿਉਂਕਿ ਇਨੀਸ਼ੀਅਲੀ ਜਦੋਂ ਪਤਾ ਲੱਗਾ ਸਾਨੂੰ ਨਿਊਜ਼ ਬਾਰੇ, ਮੈਂ ਕਿਹਾ ਕਿ ਵੀ ਓਕੇ, ਵੀ ਅਸੀਂ ਹੁਣ ਕੰਮ ਕਰਦੇ ਰਹੇ ਤੇ ਦਿਸ ਇਜ਼ ਜਸਟ ਲਾਈਕ ਨਾਰਮਲ ਪੋਜੀਸ਼ਨ, ਕਿ ਵੀ ਦਿਸ ਇਜ਼ ਆਲ ਇਟ ਵਾਜ਼, ਕਿ ਵੀ ਅਸੀਂ ਕੰਮ ਕਰਦੇ ਰਹੇ, ਪੋਜੀਸ਼ਨ ਮਿਲ ਗਈ ਐਂਡ ਸੋ ਦੈਟ ਵਾਜ਼ ਇਟ। ਪਰ ਜਦੋਂ ਅਸੀਂ ਸਹੁੰ ਚੁੱਕੀ ਤੇ ਅਸੀਂ ਸੰਗਤ ਵੱਲ ਦੇਖਿਆ, ਉਦੋਂ ਜੀ ਮਹਿਸੂਸ ਕਾਫੀ ਹੋਇਆ ਕਿ ਵੀ ਓਕੇ ਜੀ, ਵੀ ਆਈ ਥਿੰਕ ਵੀ ਕਮਿਊਨਿਟੀ ਵਾਸਤੇ ਇੱਕ ਪ੍ਰਾਊਡ ਮੂਮੈਂਟ ਹੈ, ਕਮਿਊਨਿਟੀ ਲਈ। ਨਾਟ ਫॉर ਮੀ ਪਰਸਨਲੀ ਬਟ ਫॉर ਦ ਕਮਿਊਨਿਟੀ ਐਜ਼ ਵੈਲ। ਪਰਸਨਲੀ ਵੀ ਆ ਇੱਕ ਪ੍ਰਾਊਡ ਮੂਮੈਂਟ। ਪਰਸਨਲੀ ਜੀ ਉਹ ਤਾਂ ਹੁਣ ਉਸ ਟਾਈਮ ਤੇ ਸਾਨੂੰ ਇਦਾਂ ਸੀ ਕਿ ਵੀ ਚੱਲ ਅਸੀਂ ਹੁਣ ਡਟ ਕੇ ਕੰਮ ਕੀਤਾ ਹੈ ਤੇ ਨਾਲੇ ਹੁਣ ਅਸੀਂ ਇਸ ਪੋਸਟ ਤੇ ਪਹੁੰਚ ਗਏ, ਓਕੇ ਕੂਲ, ਨਾਓ ਔਨ ਟੂ ਦ ਨੈਕਸਟ ਥਿੰਗ, ਯੂ ਨੋ। ਪਰ ਜਿਹੜੀ ਉਹ ਹੈਵੀਨੈਸ ਹੈ ਉਸ ਮੂਮੈਂਟ ਦੀ, ਉਹ ਤਾਂ ਉਦੋਂ ਪਤਾ ਲੱਗਿਆ ਜਦੋਂ ਅਸੀਂ ਕਮਿਊਨਿਟੀ ਵੱਲ ਦੇਖਿਆ, ਤੇ ਨਾਲੇ ਕਮਿਊਨਿਟੀ ਜਦੋਂ ਤੁਹਾਡੇ ਭਰਿਆ ਪਿਆ ਸੀ। ਜਦੋਂ ਸਹੁੰ ਚੁੱਕ ਰਹੇ ਸੀ ਲੋਕ, ਦੂਰੋਂ ਨੇੜਿਓਂ ਪਹੁੰਚੇ ਸੀਗੇ ਨਵਰਾਜ ਨੂੰ ਸਹੁੰ ਚੁੱਕਦੇ ਦੇਖਣ ਲਈ। ਕੀ ਕਹਿਣਾ ਚਾਹੁੰਦੇ ਆ ਕਮਿਊਨਿਟੀ ਨੂੰ, ਸਪੈਸ਼ਲੀ ਮਮ ਡੈਡ ਨੂੰ, ਲਾਈਕ ਬਹੁਤ ਮਿਹਨਤ ਕੀਤੀ? ਮੈਂ ਜੀ ਤੁਹਾਡੇ ਸਾਰਿਆਂ ਦਾ ਧੰਨਵਾਦੀ ਹਾਂ, ਸਾਰਿਆਂ ਦਾ ਮੈਂ ਧੰਨਵਾਦੀ ਹਾਂ। ਥੈਂਕ ਯੂ ਤੁਹਾਡਾ ਬਹੁਤ ਬਹੁਤ ਸਾਰਾ। ਤੁਹਾਨੂੰ ਕਦੋਂ ਪਤਾ ਲੱਗਾ ਸੀਗਾ ਵੀ ਤੁਹਾਨੂੰ ਇਸ ਅਹੁਦੇ ਦੇ ਲਈ ਚੁਣਿਆ ਗਿਆ ਹੈ? ਪਤਾ ਹੋਈ ਨਾ ਤਾਂ ਵੀਰ ਜੀ, ਆਈ ਥਿੰਕ 2 ਹਫ਼ਤੇ ਹੁਣ ਹੋਏ ਹਨ, 2 ਵੀਕਸ ਬਿਫੋਰਹੈਂਡ। 2 ਵੀਕਸ ਨਵੇਂ ਸਾਲ ਦੀ ਫਿਰ ਵਧਾਈ ਮਿਲੀ ਇੱਕ ਹਿਸਾਬ ਨਾਲ? ਹਾਂਜੀ ਜੀ, ਬਿਲਕੁਲ। ਗਿਫਟ, ਨਿਊ ਈਅਰ ਗਿਫਟ ਹੈ। Yeah, it was the best gift to be given. Best gift. Yeah, and especially ਨਾਲੇ ਬਰਥਡੇ ਗਿਫਟ ਹੋ ਗਿਆ, ਉਸ ਦਿਨ ਸਹੁੰ ਚੱਕਣ ਨੂੰ ਮਿਲ ਗਈ। ਦੈਟ ਲਾਈਕ ਇਹ ਪੱਕਾ ਜਿਹੜਾ ਆ ਕਹਿ ਲਓ ਵੀ ਸੁਨਹਿਰੀ ਅੱਖਰਾਂ ਦੇ ਵਿੱਚ ਉਹ ਦਿਨ ਨੂੰ ਜਿਹੜਾ ਤੁਸੀਂ ਜਿਹੜਾ ਉਹ ਕਰ ਲਿਆ। ਨਹੀਂ ਚਲੋ ਬਹੁਤ ਵਧੀਆ। ਸੋ ਹੁਣ ਥੋੜ੍ਹਾ ਜਿਹਾ ਸਾਨੂੰ ਇਹ ਦੱਸੋ, ਜਿੱਦਾਂ ਤੁਸੀਂ ਐਜ਼ ਅ ਪ੍ਰੋਸੀਕਿਊਟਰ ਡਰੱਗ ਯੂਨਿਟ ਦੇ ਹੈੱਡ ਉਹਨਾਂ ਨੂੰ ਲੀਡ ਕੀਤਾ, ਹੁਣ ਤੁਸੀਂ ਜੱਜ ਆ, ਤੁਸੀਂ ਕਰਨ ਕਾਊਂਟੀ ਦੀ ਸੁਪੀਰੀਅਰ ਕੋਰਟ ਦੇ ਵਿੱਚ ਤੁਸੀਂ ਬੈਠਣਾ ਆ, ਕਿੱਦਾਂ ਦੇ ਕੇਸਿਸ ਤੁਹਾਡੇ ਸਾਹਮਣੇ ਜਿਹੜੇ ਆਉਣੇ ਆ? ਲਾਈਕ ਇਜ਼ ਇਟ ਗੋਨਾ ਬੀ ਕ੍ਰਿਮੀਨਲ, ਸਿਵਲ, ਕਿੱਦਾਂ ਦੇ ਕੇਸਿਸ ਜਿਹੜੇ ਉਹਨਾਂ ਦੀ ਸੁਣਵਾਈ ਤੁਸੀਂ ਲਿਆ ਕਰਨੀ? ਸੋ ਸਾਡੀ ਵੀਰ ਜੀ ਜਿਹੜੀ ਸਾਡੀ ਕੁਆਲੀਫਿਕੇਸ਼ਨ ਹੈਗੀ ਹੈ ਕਿ ਵੀ ਯੂਜੂਅਲੀ ਜਦੋਂ ਬੰਦਾ ਵਕੀਲ ਬਣਦਾ ਹੈ ਨਾ, ਉਹਨਾਂ ਦੀ ਯੂਜੂਅਲੀ ਲਾਈਕ 1 ਜਾਂ 2 ਸਪੈਸ਼ਲਟੀਆਂ ਹੁੰਦੇ ਨੇ। ਸਪੈਸ਼ਲਟੀ ਨਹੀਂ, ਬਟ ਲਾਈਕ 1 ਜਾਂ 2 ਫੀਲਡ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਉਹ ਪ੍ਰੈਕਟਿਸ ਕਰ ਰਹੇ ਜੀ। ਸੋ ਬੰਦਾ ਜਾਂ ਇਮੀਗ੍ਰੇਸ਼ਨ ਕਰਦਾ ਹੈ, ਜਿਹੜਾ ਇਮੀਗ੍ਰੇਸ਼ਨ ਲਾਇਰ ਆ ਮੋਸਟ ਆਫ ਦ ਟਾਈਮ ਉਹ ਸਿਰਫ ਇਮੀਗ੍ਰੇਸ਼ਨ ਹੀ ਕਰਦੇ ਨੇ। ਜਿਹੜਾ ਫੈਮਿਲੀ ਲਾਇਰ ਆ ਉਹ ਸਿਰਫ ਫੈਮਿਲੀ ਲਾ ਹੀ ਕਰਦਾ। ਸਾਡੇ ਤੇ ਮਹਾਰਾਜ ਨੇ ਇਸ ਹਿਸਾਬ ਨਾਲ ਕਿਰਪਾ ਕੀਤੀ ਸੀ ਕਿ ਵੀ ਅਸੀਂ ਫੈਮਿਲੀ ਲਾ ਵੀ ਕੀਤੀ ਹੋਈ ਆ, ਕ੍ਰਿਮੀਨਲ ਲਾ ਵੀ ਕੀਤਾ ਹੋਇਆ, ਤੇ ਸਿਵਲ ਲਿਟੀਗੇਸ਼ਨ ਵੀ ਕੀਤੀ ਹੋਈ ਹੈ। ਸੋ ਜਦੋਂ ਅਸੀਂ ਐਪਲੀਕੇਸ਼ਨ ਭਰੀ ਸੀਗੀ, ਕੋਰਟ ਦੇ ਮਨ 'ਚ ਇਹ ਚੀਜ਼ ਹੈਗਾ ਹੈ ਕਿ ਵੀ ਤੁਸੀਂ ਇਹਨੂੰ ਜਿੱਥੇ ਮਰਜ਼ੀ ਰੱਖ ਸਕਦੇ ਹੋ, ਤੇ ਨਾਲੇ ਪ੍ਰੋਸੀਜਰ ਤੇ ਨਾਲੇ ਅੰਡਰਸਟੈਂਡਿੰਗ ਹੈਗੀ ਆ ਇਹਨੂੰ ਹਰ ਇੱਕ ਕੇਸ ਦੀ। ਭਾਵੇਂ ਤੁਸੀਂ ਉਹ ਫੈਮਿਲੀ ਲਾ ਕੋਰਟ ਦੇ ਵਿੱਚ ਰੱਖ ਲਓ, ਭਾਵੇਂ ਤੁਸੀਂ ਉਹ ਕ੍ਰਿਮੀਨਲ ਲਾ ਕੋਰਟ ਦੇ ਵਿੱਚ ਰੱਖ ਲਓ, ਭਾਵੇਂ ਤੁਸੀਂ ਸਿਵਲ ਕੋਰਟ ਦੇ ਵਿੱਚ ਤੁਸੀਂ ਰੱਖ ਲਓ, ਜਾਂ ਸਮਾਲ ਕਲੇਮਸ ਕੋਰਟ ਦੇ ਵਿੱਚ ਰੱਖ ਲਓ। ਅਸਾਈਨਮੈਂਟ ਜਿਹੜਾ ਹੈਗਾ ਆ ਸਾਡਾ, ਇਟਸ ਗੋਇੰ ਟੂ ਬੀ ਰੋਟੇਟਿੰਗ, ਉਹ ਰੋਟੇਸ਼ਨਲ ਬੇਸਿਸ ਤੇ ਹੈਗਾ ਆ। ਸ਼ੁਰੂ ਉਹਨਾਂ ਨੇ ਕਰਨਾ ਸਾਨੂੰ ਸਲੋਲੀ ਟ੍ਰੈਫਿਕ ਕੋਰਟ ਦੇ ਵਿੱਚ, ਅੱਛਾ, ਤੋਂ ਬਾਅਦ ਟ੍ਰੈਫਿਕ ਕੋਰਟ ਤੋਂ ਬਾਅਦ ਉਹਨਾਂ ਨੇ ਸਾਨੂੰ ਰੋਟੇਟ ਕਰਨਾ ਹੈ ਉਸ ਦੂਜੇ ਕੋਰਟ ਰੂਮ ਦੇ ਵਿੱਚ। ਇਹ ਪ੍ਰੋ ਟਾਈਮ
ਦੇ ਸੇ ਇਟਸ ਅ ਟੈਂਪਰੇਰੀ ਜਿੱਦਾਂ ਪੋਜੀਸ਼ਨ ਜਿਹੜੀ ਉਹ ਹੁੰਦੀ ਆ ਬੈਂਚ ਦੇ ਵਿੱਚ ਤਾਂ ਆਲਰੇਡੀ ਆਈ ਥਿੰਕ देयर ਵਾਸ ਸੋ ਮੈਨੀ ਓਪਨਿੰਗਸ ਆਲਰੇਡੀ ਸੀਗੀਆਂ ਉਹਨਾਂ ਨੇ ਜੱਜਸ ਜਿਹੜੇ ਆ ਉਹ ਫਿਲ ਕਰਨੇ ਸੀਗੇ ਅਹ, ਜੇ ਤੁਸੀਂ ਐਕਸਪਲੇਨ ਕਰੋ ਸਾਡੇ ਵਰਗਿਆਂ ਨੂੰ ਆਲ ਲੇਮੈਨ ਵਾਟ ਡਸ ਇਟ ਮੀਨ ਜੱਜ ਪ੍ਰੋਟੈਮ ਬਿਲਕੁਲ ਜੀ। ਸੋ ਯੂਜੂਅਲੀ ਜਦੋਂ ਤੁਸੀਂ ਫੁੱਲ ਟਾਈਮ ਜੁਡੀਸ਼ੀਅਰੀ ਪੋਜੀਸ਼ਨ ਦੇ ਵਿੱਚ ਪੋਜੀਸ਼ਨ 'ਚ ਤੁਸੀਂ ਬੈਠਦੇ ਹੋ, ਇੱਕ ਤਾਂ ਤੁਹਾਨੂੰ ਘੱਟੋ-ਘੱਟ 10 ਸਾਲਾਂ ਦੇ ਐਕਸਪੀਰੀਅੰਸ ਦੀ ਲੋੜ ਆ। ਓਕੇ ਹਾਊਐਵਰ ਤੁਸੀਂ ਜੱਜ ਬਣ ਸਕਦੇ ਹੋ ਜੇ ਤੁਹਾਡੇ ਕੋਲੇ 5 ਸਾਲ ਦਾ ਐਕਸਪੀਰੀਅੰਸ ਹੋਵੇ, ਬਟ ਜਿਹੜਾ ਪ੍ਰੀਜ਼ਾਈਡਿੰਗ ਜੱਜ ਆ, ਉਹਨੂੰ ਇੱਕ ਐਕਸੈਪਸ਼ਨ ਫਾਈਂਡ ਕਰਨਾ ਪੈਂਦਾ ਆ। ਕਾਜ਼ ਐਕਸੈਪਸ਼ਨ ਐਕਸੈਪਸ਼ਨ ਇਹ ਹੋ ਸਕਦਾ ਹੈ ਕਿ ਵੀ ਜਿਹੜਾ ਕੈਂਡੀਡੇਟ ਹੈਗਾ ਆ, ਕੈਂਡੀਡੇਟ ਦੇ ਕੁਆਲੀਫਿਕੇਸ਼ਨ ਹੈਗੇ ਨੇ ਕਿ ਵੀ ਉਹ ਬੈਂਚ ਦੇ ਉੱਤੇ ਬੈਠ ਸਕਦਾ ਹੈ ਤੇ ਨਾਲੇ ਉਹ ਰੂਲਿੰਗ ਕਰ ਸਕਦਾ ਹੈ ਕਿਉਂਕਿ ਉਹਨੂੰ ਨੌਲੇਜ ਹੈਗੀ ਆ ਲਾਅ। ਓਕੇ ਠੀਕ ਹੈ That's one good cause exception, or requirement, I should say. ਦੂਜੀ ਹੈਗਾ ਕਿ ਵੀ if there is a need for officers on the bench, ਕਿ ਵੀ ਲੋੜ ਆ ਜੀ। ਸਾਡਾ ਜਿਹੜਾ ਕਾਉਂਟੀ ਹੈਗਾ ਆ ਸ਼ਹਿਰ ਤਾਂ ਸਾਡਾ ਛੋਟਾ ਹੈ ਬਟ ਕੇਸਿਸ ਬਹੁਤ ਜ਼ਿਆਦਾ ਨੇ, ਬੈਂਚ ਆਫਿਸਰ ਸਾਡੇ ਘੱਟ ਨੇ। ਓਕੇ ਸੋ ਬੈਂਚ ਨੂੰ ਬਹੁਤ ਹੈਲਪ ਦੀ ਲੋੜ ਆ। ਸੋ ਉਸ ਬੇਸਿਸ ਦੇ ਤੇ ਤੁਸੀਂ ਐਜ਼ ਅ ਜੱਜ ਪ੍ਰੋ ਟੈਮ ਤੁਸੀਂ ਖੜ ਸਕਦੇ ਹੋ ਤੇ ਨਾਲੇ ਤੁਸੀਂ ਕੇਸਿਸ ਦੇ ਤੇ ਤੁਸੀਂ ਰੂਲਿੰਗ ਵਗੈਰਾ ਕਰ ਸਕਦੇ ਹੋ। ਤੁਸੀਂ ਓਕੇ you can make all those rulings and do all of those things. So that's basically the application process and the significance and where the judge pro tem comes in. ਓਕੇ ਸੋ ਇਹ ਇੱਕ ਜਿਹੜੀ ਟਰਮ ਆ ਐਜ਼ ਯੂ ਐਕਸਪੀਰੀਅੰਸ ਤੁਹਾਡਾ ਵਧੂਗਾ ਸੋ ਇਟ ਵਿਲ ਬਿਕਮ ਅ ਪਰਮਾਨੈਂਟ ਪੋਜੀਸ਼ਨ। ਹਾਂਜੀ ਜੀ ਬਿਲਕੁਲ। ਕਿੰਨਾ ਕੁ ਚਿਰ ਦੇ ਬਾਅਦ ਇਹ ਚੀਜ਼ ਹੋ ਜਾਂਦੀ ਹੈ? ਯੂਜੂਅਲੀ ਲਾਈਕ ਸਾਲ ਦੀ ਰਿਕੁਆਇਰਮੈਂਟ ਆ। 5 ਹੋ ਗਏ, 5 ਰਹਿ ਗਏ, ਬਸ 5 ਕੀ ਹੋ ਰਿਹਾ ਵਾ, ਦੈਟਸ ਇਟ ਦੈਟਸ ਇਟ। ਨਹੀਂ ਚਲੋ, ਐਂਡ ਇਜ਼ ਦਿਸ ਪੋਜੀਸ਼ਨ ਲਾਈਫ ਲੌਂਗ ਹੁੰਦੀ ਆ, ਕਿੱਦਾਂ ਹੁੰਦੀ ਆ? ਸੋ ਵਾਟਸ ਦ ਨੈਕਸਟ ਇਹਦੇ ਵਿੱਚ ਨੈਕਸਟ ਕੀ ਹੁੰਦਾ ਆ ਫਿਰ? ਆਈ ਨੋ ਇਟਸ ਟੂ अर्ਲੀ ਟੂ ਸੇ ਬਟ ਜਸਟ ਜਾਣਨ ਦੇ ਲਈ ਇੱਕ ਇੱਛਾ ਹੈ। ਉਹ ਜੀ ਲਾਈਕ ਆਫਿਸਰ ਦੇ ਉੱਤੇ ਡਿਪੈਂਡ ਕਰਦਾ ਆ। ਓਕੇ ਕਿਉਂਕਿ ਇਦਾਂ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਵੀ ਜਿਹੜਾ ਆਫਿਸਰ ਹੁੰਦੇ ਨੇ ਉਹ ਜਦੋਂ ਬੈਂਚ ਦੇ ਉੱਤੇ ਤੁਸੀਂ ਜਾਂਦੇ ਹੋ, ਕਈ ਬੰਦੇ ਉਸ ਹਿਸਾਬ ਦੇ ਨਾਲ ਉਮੀਦ ਰੱਖਦੇ ਨੇ ਕਿ ਵੀ ਜੀ ਦਿਸ ਇਜ਼ ਮਾਈ ਡ੍ਰੀਮ, ਦਿਸ ਇਜ਼ ਮਾਈ ਗੋਲ, ਤੇ ਫਿਰ ਜਦੋਂ ਉਹ ਬੈਂਚ ਤੇ ਪਹੁੰਚਦੇ ਨੇ ਉਹ ਗੱਲ ਬਣਦੀ ਨਹੀਂ। ਦੇ ਰੀਅਲਾਈਜ਼ ਕਿ ਵੀ ਨਹੀਂ ਜੀ ਵੀ ਡਿਸੀਜਨ ਲੈਣੇ ਔਖੇ ਨੇ, ਜੱਜ ਕਰਨਾ ਦੂਜੇ ਬੰਦੇ ਨੂੰ ਸਾਡਾ ਮਨ ਨਹੀਂ ਮੰਨਦਾ ਵੀ ਅਸੀਂ ਐਜ਼ ਅ ਲਿਟੀਗੇਟਰ ਠੀਕ ਆ। ਸੋ ਇਦਾਂ ਬਹੁਤ ਵਾਰ ਹੁੰਦਾ ਹੈ ਕਿ ਵੀ ਵਕੀਲ ਜੱਜ ਬਣਨ ਤੋਂ ਬਾਅਦ ਕਹਿੰਦੇ ਕਿ ਵੀ ਨਹੀਂ ਜੀ ਵੀ ਅਸੀਂ ਹੁਣ ਜੱਜ ਨਹੀਂ ਬਣਨਾ, ਵੀ ਅਸੀਂ ਛੱਡ ਕੇ ਅਸੀਂ ਐਜ਼ ਅ ਵਕੀਲ ਪ੍ਰੈਕਟਿਸ ਕਰਨਾ ਚਾਹੁੰਦੇ ਹਾਂ। ਸੋ ਉਹ ਜਿਵੇਂ ਐਜ਼ ਅ ਕੈਂਡੀਡੇਟ ਬਾਈ ਕੈਂਡੀਡੇਟ ਬੇਸਿਸ ਦੇ ਉੱਤੇ ਡਿਪੈਂਡ ਕਰਦਾ ਆ। ਓਕੇ ਤੁਹਾਡੀ ਇੱਛਾ ਕਿੱਦਾਂ? ਹਾਊ ਡੂ ਯੂ ਫੀਲ ਲਾਈਕ ਇਹ? ਕਿਉਂਕਿ ਓਬਵੀਅਸਲੀ ਪ੍ਰੋਸੀਕਿਊਟਰ ਦੀ ਇੱਕ ਜ਼ਿੰਮੇਵਾਰੀ ਵੱਖਰੀ ਆ, ਜੱਜ ਦੀ ਜਿਹਦੇ ਮੋਹਰੇ ਅੱਗੇ ਤੁਸੀਂ ਗੱਲ ਕਰਦੇ ਸੀ, ਹੁਣ ਉਹ ਕੁਰਸੀ ਤੇ ਤੁਸੀਂ ਬਹਿਣਾ। ਹਾਂਜੀ ਜੀ ਆਈ ਥਿੰਕ ਰਾਈਟ ਨਾਓ ਭਾਜੀ ਜਿਹੜਾ ਸਾਡਾ ਪ੍ਰਾਇਮਰੀ ਗੋਲ ਆ ਕਿ ਵੀ ਅਸੀਂ ਜਸਟ ਤਰੀਕੇ ਦੇ ਨਾਲ ਤੇ ਕਾਨੂੰਨੀ ਤਰੀਕੇ ਦੇ ਨਾਲ ਜਸਟਿਸ ਅਸੀਂ ਉਸ ਹਿਸਾਬ ਦੇ ਨਾਲ ਅਸੀਂ ਰੂਲਿੰਗਸ ਬਣਾਈਏ ਤੇ ਨਾਲ ਉਸ ਹਿਸਾਬ ਦੇ ਨਾਲ ਅਸੀਂ ਆਪਣੇ ਡਿਸੀਜਨਸ ਮੇਕ ਕਰੀਏ। ਸਾਡਾ ਫੋਕਸ ਤਾਂ ਇਹੀ ਆ ਕਿ ਵੀ ਬੈਂਚ ਦੇ ਉੱਤੇ ਕੋਈ ਹੋਰ ਬੰਦਾ ਕਹਿ ਨਾ ਸਕੇ ਕਿ ਵੀ ਜੀ ਵੀ ਇਹ ਫੈਸਲਾ ਗਲਤ ਸੀ, ਕਿ ਵੀ ਇਹਨਾਂ ਨੇ ਕਾਨੂੰਨੀ ਤੌਰ ਦੇ ਉੱਤੇ ਫੈਸਲਾ ਲਿਆ ਨਹੀਂ, that they did not follow the principles of the law, justice and fairness. And that's the primary goal, is to make sure that we make rulings based on all of those factors. Law of the land ਦੇ ਹਿਸਾਬ ਦੇ ਨਾਲ, of course, ਹਾਂਜੀ ਸੰਵਿਧਾਨ ਦੇ ਹਿਸਾਬ ਦੇ ਨਾਲ, ਕਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ, ਜਿੱਦਾਂ ਜਿਹੜਾ ਵੀ ਕੋਡ ਹੈਗਾ ਆ ਉਹਦੇ ਹਿਸਾਬ ਦੇ ਨਾਲ ਜਿਹੜਾ ਉਹ ਕਰਨਾ ਆ। ਡੂ ਯੂ ਥਿੰਕ ਇਹ ਜ਼ਿੰਮੇਵਾਰੀ ਜਦੋਂ ਮੋਢਿਆਂ ਦੇ ਉੱਤੇ ਹੁਣ ਪਈ ਆ, ਰਿਸਪੋਂਸਿਬਿਲਿਟੀ ਜਿੱਦਾਂ ਕਹਿ ਲਓ ਵੀ ਹੋਰ ਵੀ ਜ਼ਿਆਦਾ ਭਾਰੀ ਜਿਹੜੀ ਹੋ ਗਈ? ਅੱਗੇ ਤੁਸੀਂ ਇੱਕ ਧਿਰ ਨੂੰ ਰਿਪਰੈਜ਼ੈਂਟ ਕਰਨਾ ਸੀ, ਹੁਣ ਤੁਸੀਂ ਦੋਨਾਂ ਦੀ ਸੁਣ ਕੇ ਇੱਕ ਫੈਸਲਾ ਜਿਹੜਾ ਉਹ ਲੈਣਾ ਆ। ਉਹ ਜੱਜਮੈਂਟ ਕਰਨ ਦੇ ਲਈ ਡੂ ਯੂ ਥਿੰਕ ਜਿਹੜੇ ਸਿੱਖ ਸਿਧਾਂਤ ਨੇ ਜਾਂ ਸਿੱਖੀ ਆ ਦੈਟ ਵਿਲ ਹੈਲਪ ਐਜ਼ ਵੈਲ? ਬਿਲਕੁਲ ਜੀ 100% ਕਿਉਂਕਿ ਸਿੱਖ ਸਿਧਾਂਤ ਦੇ ਵਿੱਚ ਇਕੁਆਲਿਟੀ ਦੀ ਨੰਬਰ 1 ਚੀਜ਼ ਅਸੀਂ ਕਹਿੰਦੇ ਆ। ਰਾਈਟ, ਸਾਰਿਆਂ ਨੂੰ ਬਰਾਬਰ ਰੱਖਿਆ ਗਿਆ। ਲੰਗਰ ਵੇਲੇ ਜਦੋਂ ਅਸੀਂ ਸਾਰੇ ਬਹਿੰਦੇ ਆ ਪੰਗਤ ਚ, ਹਨਾ, ਸੋ ਉਹੀ ਸੇਮ ਪ੍ਰਿੰਸੀਪਲ ਕਰਕੇ ਅਸੀਂ ਫੈਸਲਾ ਲੈਣਾ ਸੀ।
ਹੂੰ ਸੋ ਆਈ ਥਿੰਕ ਜੇ ਤੁਸੀਂ ਕਹਿੰਦੇ ਆ ਕਿ ਵੀ ਉਹ ਗਾਈਡੈਂਸ ਜਿਹੜੀ ਹੈਗੀ ਆ, ਉਹ ਦੋਨੇ ਚੀਜ਼ਾਂ ਬਰਾਬਰ ਨੇ। ਹੂੰ ਲਾਅ ਹੂੰ ਆਫ ਦ ਹੂੰ ਲੈਂਡ ਪ੍ਰਮੋਟਸ ਇਕੁਐਲਿਟੀ, ਸਿੱਖੀ ਹੂੰ ਪ੍ਰਮੋਟਸ ਇਕੁਐਲਿਟੀ। ਇਹ ਦੋਨੇ ਚੀਜ਼ਾਂ ਤੁਸੀਂ ਇਕੱਠੇ ਲੈ ਕੇ ਆ ਸਕਦੇ ਹੋ। ਆਈ ਥਿੰਕ ਕਿ ਵੀ ਮੇਨ ਵੀਰ ਜੀ ਜਿਹੜੀ ਸੰਗਤ ਹੈਗੀ ਆ, ਹੂੰ ਸੰਗਤ ਨੂੰ ਤਾਂ ਹੀ ਇਹ ਚੀਜ਼ ਏਡਾ ਵੱਡਾ ਲੱਗਿਆ ਬਿਕਾਜ਼ ਤੁਸੀਂ ਐਜ਼ ਅ ਜੱਜ ਦੇ ਵਿੱਚ ਜੇ ਤੁਸੀਂ ਡਿਊਟੀਆਂ ਦੇਖਦੇ ਹੋ, ਉਹ ਹੂੰ ਸਾਰੇ ਸਿੱਖ ਸਿਧਾਂਤਾਂ ਕਰਕੇ ਜੱਜ ਦੀ ਡਿਊਟੀ ਤੇ ਸਿੱਖ ਸਿਧਾਂਤਾਂ ਦੇ ਹਿਸਾਬ ਦੇ ਨਾਲ ਉਹ ਦੋਨੇ ਚੀਜ਼ਾਂ ਬਰਾਬਰ ਨੇ। ਜੀ ਨਵਰਾਜ ਸਿੰਘ ਰਾਏ ਜੀ, ਹੁਣ ਇਹ ਦੱਸੋ ਵੀ ਜਿੱਦਾਂ ਥੋੜੇ ਆਈ ਥਿੰਕ ਪਿਛਲੇ ਸਾਲ ਡੇਢ ਸਾਲ ਪਹਿਲਾਂ ਜਦੋਂ ਰਾਜ ਸਿੰਘ ਬਦੇਸ਼ਾ ਉਹ ਸੁਪੀਰੀਅਰ ਕੋਰਟ ਦੇ ਫ੍ਰੈਜ਼ਨੋ ਕਾਊਂਟੀ ਦੇ ਵਿੱਚ ਉਹ ਜਿਹੜੇ ਜੱਜ ਬਣੇ ਆ, ਦੈਨ ਯੂ ਆਰ ਦਾ ਸੈਕੰਡ ਵਨ, ਵਾਟ ਡਜ਼ ਇਟ ਮੀਨ ਫॉर ਕਮਿਊਨਿਟੀ? ਇਹ ਇਦਾਂ ਦੀ ਜਿਹੜੀ ਚੀਜ਼ ਹੈ ਕੀ ਮੀਨ ਕੀ ਕਰਦੀ ਹੈ ਕਮਿਊਨਿਟੀ ਦੇ ਲਈ? ਆਈ ਥਿੰਕ ਜੀ ਵੀ ਮੇਨ ਚੀਜ਼ ਤਾਂ ਇਹ ਹੈ ਕਿ ਵੀ ਅਸੀਂ ਕੁਝ ਵੀ ਕਰ ਸਕਦੇ। ਅਮਰੀਕਾ ਦੇ ਵਿੱਚ ਕੋਈ ਵੀ ਬੰਦਾ, ਤੁਸੀਂ ਇਹ ਜ਼ਰੂਰੀ ਨਹੀਂ ਹੈਗਾ ਕਿ ਵੀ ਪਹਿਲਾਂ ਇਦਾਂ ਬਹੁਤ ਵੀਰ ਜੀ ਅਸੀਂ ਦੇਖਿਆ ਕਿ ਵੀ ਕਹਿੰਦੇ ਕਿ ਵੀ ਜੀ ਵੀ ਐਜ਼ ਅ ਸਿੱਖ ਤੁਸੀਂ ਤਰੱਕੀ ਕਰ ਨਹੀਂ ਸਕਦੇ, ਐਜ਼ ਅ ਸਿੱਖ ਤੁਸੀਂ ਉਸ ਪੱਧਰ ਦੇ ਉੱਤੇ ਪਹੁੰਚ ਨਹੀਂ ਸਕਦੇ। ਐਕਸਕਿਊਜ਼ ਤੁਸੀਂ ਜਿਹੜਾ ਮਰਜ਼ੀ ਲਾ ਲਓ, ਅਸੀਂ ਸਾਰੇ ਸੁਣੇ ਹੋਏ ਨੇ, ਰੇਸਿਜ਼ਮ ਜਾਂ ਤੁਸੀਂ ਕਹਿ ਦਿਓ ਕਿ ਡਿਸਕ੍ਰਿਮੀਨੇਸ਼ਨ ਜਾਂ ਉਹ ਚੀਜ਼ ਬਣਦੀ ਨਹੀਂ ਗਈ। ਆਈ ਥਿੰਕ ਜਿਹੜਾ ਮੈਸੇਜ ਜਾਂਦਾ ਹੈ ਕਿ ਵੀ ਜੀ ਕਰਨ ਕਾਊਂਟੀ ਦੇ ਵਿੱਚ, ਫ੍ਰੈਜ਼ਨੋ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ, ਇਟਸ ਨਾਟ ਟਰੂ। ਤੁਸੀਂ ਕਿਰਤ ਕਰਕੇ ਤੁਸੀਂ ਡਟ ਕੇ ਕਰੋਗੇ ਤੇ ਇਹ ਸੰਗਤ ਤੁਹਾਡੇ ਨਾਲ ਹੈਗੀ ਆ। ਫਾਰਮੂਲਾ ਸਕਸੈਸ ਕੋਈ ਵੀ ਬੰਦਾ, ਇਹ ਤੁਹਾਡੇ ਕੋਲ ਆਹ ਦੋ ਚੀਜ਼ਾਂ ਹੈਗੇ ਨੇ, ਤੁਸੀਂ ਜਿੱਥੇ ਮਰਜ਼ੀ ਪਹੁੰਚ ਸਕਦੇ। ਅਬਿਲਿਟੀ ਹੋਵੇ, ਮਿਹਨਤ ਕੀਤੀ ਹੋਵੇ ਤਾਂ ਮਿਲ ਜਾਂਦਾ ਸਭ ਕੁਝ। ਬਿਲਕੁਲ ਜੀ, ਪਰ ਉਹਦਾ ਨਾਲ ਵੀ ਸੰਗਤ ਦਾ ਵੀ ਜ਼ਰੂਰ ਉਹ ਹੋਣਾ ਚਾਹੀਦਾ। ਸਪੋਰਟ ਸਿਸਟਮ ਪੂਰਾ ਹੈ, ਬਿਕਾਜ਼ ਦ ਸਪੋਰਟ ਇਜ਼ ਐਵਰੀਥਿੰਗ। ਦੋਨੇ ਚੀਜ਼ਾਂ ਚਾਹੀਦੀਆਂ। ਸੋ ਨਹੀਂ, ਚਲੋ ਬਹੁਤ ਵਧੀਆ। ਤੇ ਇੱਕ ਵਾਰੀ ਫੇਰ ਅਸੀਂ ਤੁਹਾਨੂੰ ਮੁਬਾਰਕਬਾਦ ਦਿੰਦੇ ਹਾਂ ਤੇ ਇਹੀ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਵੀ ਜਿਹੜਾ ਵੀ ਤੁਸੀਂ ਨਿਆਂ ਕਰੋ। ਗੁਰੂ ਮਹਾਰਾਜ, ਲਾਅ ਆਫ ਦਾ ਲੈਂਡ, ਇਹਨਾਂ ਸਾਰੀਆਂ ਚੀਜ਼ਾਂ ਨੂੰ ਮੋਹਰੇ ਰੱਖ ਕੇ ਨਿਆਂ ਹੋਵੇ। ਕੋਈ ਧਿਰ ਓਬਵੀਅਸਲੀ ਇੱਕ ਨੇ ਖੁਸ਼, ਇੱਕ ਨੇ ਉਸ ਹੋਰ ਤਰੀਕੇ ਦੇ ਨਾਲ ਹੋਣਾ ਹੁੰਦਾ ਆ, ਪਰ ਇਹ ਆ ਵੀ ਨਿਆਂ ਦੀ ਉਮੀਦ ਕਰਦੇ ਹਾਂ ਵੀ ਇਟ ਸ਼ੁੱਡ ਬੀ ਜਸਟ। ਤਾਂ ਹੀ ਜਸਟਿਸ ਦੀ ਆਪਾਂ ਜਿਹੜੀ ਉਹ ਗੱਲ ਕਰਦੇ ਹਾਂ। ਬੜਾ ਚੰਗਾ ਲੱਗਾ ਤੁਹਾਡੇ ਨਾਲ ਨਵਰਾਜ ਸਿੰਘ ਰਾਏ ਜੀ ਗੱਲਬਾਤ ਜਿਹੜਾ ਉਹ ਕਰਕੇ। ਤੁਸੀਂ ਇਮੋਸ਼ਨਲ ਹੋ ਕੇ ਵੀ ਉਹ ਗੱਲਾਂ ਦੱਸੀਆਂ, ਜ਼ਿੰਦਗੀ ਦੇ ਉਹ ਸਟਰਗਲ ਵੀ ਜਿਹੜੇ ਉਹ ਤੁਸੀਂ ਦੱਸੇ ਵੀ ਅੱਜ ਤੁਸੀਂ ਇਸ ਜੇ ਮੁਕਾਮ ਤੇ ਪਹੁੰਚੇ ਆ ਤੇ ਕਿਸ ਤਰੀਕੇ ਦੇ ਨਾਲ ਮਿਹਨਤ ਕਰਕੇ ਉਹਨਾਂ ਸਾਰੀ ਸਟਰਗਲ ਦੇ ਵਿੱਚੋਂ ਸੰਘਰਸ਼ ਕਰਕੇ ਜਿਹੜਾ ਇੱਥੇ ਪਹੁੰਚੇ ਆ। ਤੇ ਸਾਨੂੰ ਸਾਰਿਆਂ ਨੂੰ ਮਾਣ ਆ ਤੁਹਾਡੇ ਤੇ ਬਸ ਇਦਾਂ ਹੀ ਕਾਨੂੰਨ ਨੂੰ ਜਿਹੜਾ ਉਹ ਮੋਹਰੇ ਰੱਖ ਕੇ, ਸਿਧਾਂਤਾਂ ਨੂੰ ਮੋਹਰੇ ਰੱਖ ਕੇ ਜਿਹੜਾ ਹੋ ਅੱਗੇ ਆਪਣੀ ਕਾਰਵਾਈ ਜਿਹੜੀ ਉਹ ਕਰਦੇ ਰਹੋ। ਤੇ ਕਦੋਂ ਤੋਂ ਸ਼ੁਰੂ ਕਰ ਰਹੇ ਆ ਤੁਸੀਂ, ਕਿ ਆਲਰੇਡੀ ਸ਼ੁਰੂ ਕਰਤੇ, ਸੁਣਵਾਈ ਲੈਣੀ ਸ਼ੁਰੂ ਕਰਤੀ ਹੈ ਜਾਂ ਜੇ ਕਰਨੀ ਆ ਸ਼ੁਰੂ? ਉਹ ਜੀ ਕਰਨੀ ਆ, ਅਗਲੇ ਹਫਤੇ ਸਾਡੀ ਡਿਊਟੀ ਰੱਖੀ ਹੋਈ ਹੈ। ਅੱਛਾ, ਸੋ ਇਹ ਫਿਰ ਹੁਣ ਤੁਹਾਡੇ ਵੀਕ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਲਾਈਕ ਸਰਟਨ ਲਾਈਕ ਇੰਨੇ ਕੇਸਿਸ ਕਰਨੇ ਆ, ਜਾਂ ਤੁਹਾਨੂੰ ਜਿੱਦਾਂ ਸਕੈਜੂਲ ਆ ਜਾਂਦਾ ਆ? ਇਫ ਯੂ ਲਿਟਲ ਬਿਟ ਸਾਨੂੰ ਦੱਸੋ ਵੀ ਇੱਕ ਜੱਜ ਦੀ ਫਿਰ ਜ਼ਿੰਦਗੀ ਕਿੱਦਾਂ ਦੀ ਹੁੰਦੀ ਆ ਫਿਰ? ਬਿਲਕੁਲ ਜੀ। ਸੋ ਕੋਰਟ ਰੂਮ ਦੇ ਵਿੱਚ ਜੋ ਤੁਸੀਂ ਜਾਣਦੇ ਹੋ, ਸਕੈਜੂਲ ਲੈਟ ਮੀ ਬ੍ਰੇਕ ਇਟ ਡਾਊਨ। ਹੁਣ ਜਿਵੇਂ ਸਾਡਾ ਜਿਹੜਾ ਪਹਿਲਾਂ ਸ਼ੁਰੂਆਤ ਉੱਥੇ ਟ੍ਰੈਫਿਕ ਕੋਰਟ ਦੇ ਵਿੱਚ ਜਿਵੇਂ ਅਸੀਂ ਗੱਲ ਕਰਦੇ ਸੀ, ਹੁਣ ਜਿਹਨੇ ਵੀ ਟ੍ਰੈਫਿਕ ਟਿਕਟਾਂ ਕਰਨ ਕਾਊਂਟੀ ਦੇ ਵਿੱਚ ਉਹਨਾਂ ਨੇ ਦਿੱਤੇ ਨੇ, ਉਹਨਾਂ ਦੇ ਤਰੀਕ ਹੈਗੀ ਆ। ਉਹ ਜਿਹੜੀ ਤਰੀਕ ਹੈਗੀ ਆ, ਉਹਨਾਂ ਨੇ ਜੀ ਸਾਨੂੰ ਦੱਸ ਦੇਣਾ ਕਿ ਵੀ ਜੱਜ ਸਾਹਿਬ ਵੀ ਆ ਤੁਹਾਡਾ ਸਕੈਜੂਲ ਆ, ਆਹ ਤਰੀਕ ਆ ਤੇ ਤੁਸੀਂ ਉੱਥੇ ਪਹੁੰਚਣਾ ਹੈ। ਤੇ ਅਸੀਂ ਉੱਥੇ ਪਹੁੰਚ ਕੇ, ਭਾਵੇਂ ਉਹ ਦਿਨ 100 ਕੇਸ ਹੋ ਸਕਦੇ ਨੇ, 200 ਕੇਸ ਹੋ ਸਕਦੇ ਨੇ, 250 ਕੇਸ ਹੋ ਸਕਦੇ ਨੇ, ਪਰ ਉਹ ਜਿਹੜਾ ਕੈਲੰਡਰ ਹੈ, ਉਹ ਕੈਲੰਡਰ ਤੁਹਾਡੀ ਜ਼ਿੰਮੇਵਾਰੀ ਆ। ਤੁਸੀਂ ਉਹ ਕੈਲੰਡਰ ਹੈਂਡਲ ਕਰਨਾ ਆ ਆਪਣੇ ਆਪ ਹਿਸਾਬ ਨਾਲ, ਆਪਣੇ ਆਪ ਸਾਰਾ। ਸੋ ਨੰਬਰਸ ਚੇਂਜ ਐਵਰੀ ਡੇ, ਯੂ ਨੋ, ਵੱਧ ਘੱਟ ਹੋਈ ਜਾਂਦੇ ਨੇ, ਬਟ ਉਹ ਸਾਨੂੰ ਦੱਸ ਦਿੰਦੇ ਨੇ ਕਿ ਵੀ ਆਹ ਦਿਨ ਦੇ ਉੱਤੇ ਆਹ ਤੁਹਾਡਾ ਕੋਰਟ ਰੂਮ ਆ, ਆਹ ਕੇਸ ਨੇ ਤੇ ਤਿਆਰੀ ਤੁਸੀਂ ਕਰੋ ਕੇਸ ਸਾਰੇ ਸੁਣਨ ਦੀ। ਸੋ ਫਿਰ 200 ਜਾਂ 100 ਕੇਸ ਜਿਹੜੇ ਵੀ ਹੈਗੇ ਨੇ, ਉਹਦੀ ਰਿਵਿਊ ਕਰਕੇ ਅਸੀਂ ਫਿਰ ਜਾ ਕੇ ਜਾਂਦੇ ਹਾਂ। ਕੀ ਕੋਰਟ ਸਿਸਟਮ ਇਜ਼ ਲਾਈਕ ਓਵਰਵੈਲਮਡ ਵੀ ਬਹੁਤ ਜ਼ਿਆਦਾ ਕੇਸ ਨੇ, ਜੱਜਿਸ ਘੱਟ ਨੇ? ਸੋ ਇਹਦਾ ਮਤਲਬ ਓਪਰਚੁਨਿਟੀਜ਼ ਆਪਣੇ ਹੋਰ ਮੁੰਡਿਆਂ ਦੇ ਲਈ, ਹੋਰ ਕੁੜੀਆਂ ਦੇ ਲਈ ਵੀ ਹੈਗੀ ਆ ਵੀ ਤੁਸੀਂ ਇਸ ਰਾਹ ਵੱਲ ਨੂੰ ਆ ਸਕਦੇ ਆ। ਇਹ ਪੋਜੀਸ਼ਨ ਦੇ ਲਈ ਤੁਸੀਂ ਆਪ ਅਪਲਾਈ ਕੀਤਾ ਸੀ ਜਾਂ ਤੁਹਾਨੂੰ ਅਪਾਇੰਟ ਕੀਤਾ ਗਿਆ ਸੀ? ਦੋਨੇ ਚੀਜ਼ਾਂ ਸੀਗੇ। ਜਿਹੜਾ ਪ੍ਰੈਜ਼ਾਈਡਿੰਗ ਜੱਜ ਹੈਗਾ ਆ ਇੱਥੇ, ਉਹਨਾਂ ਦੇ ਸਾਹਮਣੇ ਅਸੀਂ ਬਹੁਤ ਵਾਰ ਅਪੀਅਰੈਂਸ ਕਰ ਚੁੱਕੇ ਹਾਂ, ਤੇ
ਜਿਵੇਂ ਐਜ਼ ਅ ਕੋਲੀਗਸ ਤੁਸੀਂ ਕਹਿ ਦਿਓ, ਹਨਾ? ਜੇ ਤੁਸੀਂ ਹੂੰ, ਪ੍ਰੋਸੀਕਿਊਟਰ ਹੋ, ਜਿਹੜੇ ਡਿਫੈਂਸ ਅਟਾਰਨੀ ਨੇ ਉਹ ਤੁਹਾਡੇ ਕੋਲੀਗਸ ਬਣ ਜਾਂਦੇ ਨੇ, ਜਾਂ ਜੇ ਅਸੀਂ ਆਪਣੇ ਹੁਣ ਐਗਜ਼ਾਮਪਲ ਲੈਂਦੇ ਹਾਂ, ਐਜ਼ ਅ ਡਿਫੈਂਸ ਅਟਾਰਨੀ ਜਿਹੜੇ ਪ੍ਰੋਸੀਕਿਊਟਰ ਨੇ ਉਹ ਵੀ ਮੇਰੇ ਕੋਲੀਗਸ ਨੇ। ਹੂੰ, 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 ਜਿਹੜੇ ਜੱਜਸ ਵੀ ਨੇ, ਉਹ ਹੂੰ, ਜੱਜਸ ਵੀ ਤੁਹਾਡੇ ਕੋਲੀਗਸ ਬਣ ਜਾਂਦੇ ਨੇ, ਕਿਉਂਕਿ ਉਹਨਾਂ ਨੇ ਤੁਹਾਨੂੰ ਰੋਜ਼ ਦੇਖਣਾ। ਹੂੰ, 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 ਜਦੋਂ ਅਸੀਂ ਉਹ ਜੱਜ ਦੇ ਸਾਹਮਣੇ ਤੁਸੀਂ ਬਾਰ-ਬਾਰ ਅਪੀਅਰ ਕਰਦੇ ਹੋ, ਉਹ ਜਿਵੇਂ ਤੁਸੀਂ ਕਹਿ ਦਿੰਦੇ ਕਿ ਐਜ਼ ਅ ਰੈਪਿਊਟੇਸ਼ਨ, ਹਰ ਇੱਕ ਬੰਦੇ ਦੀ ਆਪਣੀ ਰੈਪਿਊਟੇਸ਼ਨ ਹੈਗੀ ਆ। ਹੂੰ, 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 ਤੇ ਜਿਹੜਾ ਪ੍ਰੀਜ਼ਾਈਡਿੰਗ ਜੱਜ ਸੀ, ਉਹਨੇ ਜੀ ਆਈਡੀਆ ਦਿੱਤਾ ਸੀਗਾ ਕਿ ਵੀ ਐਪਲੀਕੇਸ਼ਨ ਤੁਸੀਂ ਸਬਮਿਟ ਕਰ ਦਿਓ, ਤੇ ਗੁੱਡ ਕਾਜ਼ ਐਕਸੈਪਸ਼ਨ ਸਾਨੂੰ ਲੱਗ ਰਿਹਾ ਕਿ ਵੀ ਅਸੀਂ ਫਾਈਂਡ ਕਰ ਲਾਂਗੇ, ਸੋ ਹੂੰ। ਤੁਸੀਂ ਅਪਲਾਈ ਕਰੋ। ਸੋ ਫਿਰ ਉਸ ਹਿਸਾਬ ਦੇ ਨਾਲ ਫਿਰ ਅਸੀਂ ਐਪਲੀਕੇਸ਼ਨ ਭਰੀ ਆ। ਉਹ ਉਹਨਾਂ ਦੇ ਪਿਛਲੇ ਸਾਲ ਅਪਲਾਈ ਕੀਤਾ ਸੀ ਫਿਰ? ਹਾਂਜੀ, ਅਸੀਂ ਉਹ ਨਵੰਬਰ ਦੇ ਵਿੱਚ ਅਪਲਾਈ ਕਰ ਚੁੱਕੇ ਉਹਦਾ ਸੀ। ਫਿਰ ਤਾਂ ਬੜੀ ਕੁਇਕਲੀ ਫੈਸਲਾ ਜਿਹੜਾ ਉਹਨਾਂ ਨੇ ਲੈ ਲਿਆ ਯਾ ਹਾਂਜੀ, ਐਂਡ ਆਫ ਬੜੀ ਨਵੰਬਰ, ਦਸੰਬਰ, ਬਟ ਉਹ ਹਾਲੀਡੇਜ਼ ਕਰਕੇ ਉਹ ਥੋੜਾ ਜਿਹਾ ਨਵੇਂ ਸਾਲ ਦੇ ਵਿੱਚ ਉਹ ਕਹਿੰਦੇ ਓਕੇ ਹੁਣ ਅਸੀਂ ਨਵੇਂ ਸਾਲ 'ਚ ਅਸੀਂ ਸ਼ੁਰੂ ਕਰ ਗੁਰੂ ਮਹਾਰਾਜ ਦੀ ਬੜੀ ਮਿਹਰ ਰਹੀ ਆ, ਸੋ ਚੋਣ ਹੋਈ ਆ ਇਸ ਸਾਰੇ ਦੇ ਵਿੱਚ। ਇਹ ਜ਼ਰੂਰ ਦੱਸੋ ਵੀ ਇਹੋ ਜੀ ਪੋਜੀਸ਼ਨ ਲਾਅ ਦੇ ਵਿੱਚ, ਆਈ ਨੋ ਦੇयर ਇਜ਼ ਅ ਹਿਊਜ ਸਕੋਪ, ਇਹਦੇ ਵਿੱਚ ਬਹੁਤ ਵੱਡਾ ਇੱਕ ਤੁਹਾਡਾ ਕਰੀਅਰ ਜਿਹੜਾ ਉਹ ਬਣ ਜਾਂਦਾ ਆ। ਓਬਵੀਅਸਲੀ ਮਿਹਨਤ ਵੀ ਕਰਨੀ ਪੈਣੀ ਤਾਂ ਹੀ ਇੱਥੇ ਤੱਕ ਆ। ਜੇ ਕੋਈ ਇਦਾਂ ਦੀ ਪੋਜੀਸ਼ਨ ਜਾਂ ਉਹ ਚੀਜ਼ ਨੂੰ ਕਰਨਾ ਚਾਹੁੰਦਾ ਆ, ਵਾਟਸ ਅ ਗੁੱਡ ਪਾਥ? The number one path ਭਾਜੀ ਜੋ that changed my life, ਹੂੰ, ਐਕਚੁਅਲੀ ਜਦੋਂ ਅਸੀਂ ਹਾਈ ਸਕੂਲ 'ਚ ਸ਼ੁਰੂ ਕੀਤਾ ਸੀ। ਹੂੰ, ਹੂੰ, ਹਾਈ ਸਕੂਲ ਦੇ ਵਿੱਚ ਜੇ ਤੁਸੀਂ ਨਾਲ ਦੀ ਨਾਲ ਨਾ ਕਮਿਊਨਿਟੀ ਕਾਲਜ ਦੀਆਂ ਕਲਾਸਾਂ ਲਾ ਲਓ ਨਾ, ਹੂੰ, ਉਹਦੇ ਕਰਕੇ ਜਦੋਂ ਅਸੀਂ UC ਡੇਵਿਸ ਤੋਂ ਗ੍ਰੈਜੂਏਟ ਹੋਏ ਹਾਂ, ਅਸੀਂ 2 ਸਾਲ ਅਰਲੀ ਗ੍ਰੈਜੂਏਟ ਹੋ ਗਏ ਸੀਗੇ। ਓਕੇ। ਸੋ ਜੇ ਤਾਂ ਤੁਸੀਂ ਐਡਵਾਈਸ ਕਹਿ ਰਹੇ ਹੋ ਕਿ ਵੀ to anybody who's still in high school and still studying, if you're in high school, take classes at your community college. ਹੂੰ, Because not only do you graduate earlier, but ਹੁਣ ਤੁਸੀਂ 2 ਸਾਲਾਂ ਦੀ ਟਿਊਸ਼ਨ ਵੀ ਬਚਾ ਲਈ। ਹੂੰ, ਉਹ ਚੀਜ਼ ਸੁਣ ਕੇ, ਉਹ ਚੀਜ਼ ਦੇਖ ਕੇ ਤੁਸੀਂ ਕੋਈ ਵੀ EMPLOYER ਕੋਲ ਚਲੇ ਜਾਓ। ਹੂੰ, ਤੁਸੀਂ ਸੋਚ ਲਓ ਕਿ ਵੀ ਜੌਬ ਐਪਲੀਕੇਸ਼ਨ ਹਰ ਇੱਕ ਬੰਦਾ ਭਰ ਰਿਹਾ। ਹੂੰ, ਤੇ ਸਾਰੇ ਐਪਲੀਕੈਂਟ 23, 24 ਈਅਰ ਓਲਡ ਨੇ। ਹੂੰ, ਤੇ ਉਸੀ ਸੇਮ ਐਪਲੀਕੈਂਟ ਇੱਕ ਹੋਰ ਐਪਲੀਕੈਂਟ ਆ ਜਾਂਦਾ 19 ਸਾਲਾਂ ਦਾ। ਹੂੰ, ਕੁਆਲੀਫਿਕੇਸ਼ਨ ਸੇਮ ਆ। ਹੂੰ, ਇਟਸ ਨਾਟ ਕਿ ਵੀ ਉਹ 19 ਸਾਲਾਂ ਦੇ ਨਿਆਣੇ ਦੇ ਵਿੱਚ ਜਾਂ ਮੁੰਡੇ ਦੇ ਵਿੱਚ ਜਾਂ ਕੁੜੀ ਦੇ ਵਿੱਚ ਕੋਈ ਖਾਸੀਅਤ ਆ। ਉਹ ਬੰਦੇ ਹੂੰ, ਨੇ ਪਲੈਨਿੰਗ ਉਸ ਹਿਸਾਬ ਦੇ ਨਾਲ ਕੀਤੀ ਹੋਈ ਹੈ। ਹੂੰ, ਸੋ ਜਦੋਂ ਸਮਰ ਬ੍ਰੇਕ ਤੇ ਸਮਰ ਵੈਕੇਸ਼ਨ ਹੁੰਦਾ ਆ, ਉਦੋਂ ਹੂੰ, ਉਸ ਟਾਈਮ ਤੇ ਤੁਸੀਂ ਕਾਲਜ ਦੀਆਂ ਕਲਾਸਾਂ ਲੈ ਸਕਦੇ ਹੋ ਫ੍ਰੀ ਦੇ, ਜੋ ਤੁਸੀਂ ਹੂੰ, ਹਾਈ ਸਕੂਲ 'ਚ ਹੁੰਦੇ ਹੋ। ਸਿਰਫ $10 ਦੀ ਤੁਸੀਂ ਹੈਲਥ ਫੀ ਪੇ ਕਰਨੀ ਹੁੰਦੀ ਹੈ। ਹੂੰ, ਤੇ ਉਦੋਂ ਤੁਸੀਂ 2-3 ਕਲਾਸਾਂ ਕੰਪਲੀਟ ਕਰਕੇ ਜਦੋਂ ਤੁਸੀਂ ਹਾਈ ਸਕੂਲ ਗ੍ਰੈਜੂਏਟ ਹੁੰਦੇ ਹੋ, ਤੁਸੀਂ ਇੱਕ ਤਾਂ ਹਾਈ ਸਕੂਲ ਵੀ ਗ੍ਰੈਜੂਏਟ ਅਰਲੀ ਕਰ ਸਕਦੇ ਹੋ। ਹੂੰ। ਤੁਸੀਂ ਜਿਹੜਾ ਤੁਹਾਡਾ ਕਾਲਜ ਆ, ਕਾਲਜ ਵੀ ਤੁਸੀਂ ਅਰਲੀ ਗ੍ਰੈਜੂਏਟ ਕਰ ਸਕਦੇ ਹੋ। ਹੂੰ। ਸੋ ਡੂ ਦੈਟ। ਗ੍ਰੇਟ ਐਡਵਾਈਸ ਨਵਰਾਜ ਸਿੰਘ ਰਾਏ ਜੀ। ਹੁਣ ਜਦੋਂ ਸਾਰੇ ਪਾਸੇ ਜੱਜ ਸਾਹਿਬ ਹੁੰਦੀ ਆ, ਹਾਊ ਯੂ ਕੀਪ ਗਰਾਊਂਡਡ? ਵੈਸੇ ਮੈਂ ਸਾਰਿਆਂ ਨੂੰ ਕਹਿੰਦਾ ਵੀ ਨਵਰਾਜ ਜਾਂ ਨਵੀ ਹੀ ਠੀਕ ਆ, ਦੱਸੋ ਕਿ ਯੂ ਨੋ ਇਟਸ ਜੀ ਹੁਣ ਰੱਬ ਨੇ ਜੀ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ। ਹੂੰ, ਜ਼ਿਆਦਾ ਕਿਰਪਾ ਕੀਤੀ ਹੈ, ਬਟ ਇਟਸ ਆਈ ਥਿੰਕ ਬਾਕੀ ਸਾਰਿਆਂ ਨੂੰ ਲੱਗਦਾ ਕਿ ਵੀ ਕੋਈ ਖਾਸ ਚੀਜ਼ ਆ, ਬਟ ਆਈਮ ਜਸਟ ਲਾਈਕ ਨਹੀਂ, ਇਟ ਇਜ਼ ਖਾਸ। ਏਦਾਂ ਨਾ ਕਹੋ, ਛੋਟੀ ਨਾ ਕਰੋ ਇਸ ਚੀਜ਼ ਨੂੰ, ਇਟ ਇਜ਼ ਖਾਸ। ਇਹ ਜਸਟ ਭਾਜੀ ਉਹ ਫੀਲਿੰਗ ਇਹ ਚੀਜ਼ ਹੈ ਕਿ ਵੀ ਇਹ ਪੱਧਰ ਤੇ ਕੋਈ ਵੀ ਬੰਦਾ ਪਹੁੰਚ ਸਕਦਾ। ਟਰੂ, I ਟਰੂ। think ਤਾਂ ਹੀ ਸਾਨੂੰ ਏਦਾਂ ਫੀਲ ਹੋ ਰਿਹਾ ਹੂੰ, 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 ਹੂੰ। ਵੀ ਏਦਾਂ ਦਾ ਕੋਈ ਬੰਦਾ ਹੈ ਨਹੀਂਗਾ ਜਿਹੜਾ ਇਸ ਪੱਧਰ ਦੇ ਉੱਤੇ ਨਹੀਂ ਪਹੁੰਚ ਸਕਦਾ। ਐਗਜ਼ੈਕਟਲੀ। I think everybody can do it. ਕੇਪੇਬਲ ਹੁੰਦੇ ਆ ਲੋਕ। Yes, Bill. Yes. ਕੇਪੇਬਿਲਿਟੀ ਹੁੰਦੀ, ਯੂ ਫਾਈਂਡ ਓਪਰਚੁਨਿਟੀ ਫਾਈਂਡ ਕਰਨ ਦੀ ਜ਼ਰੂਰਤ ਆ, ਮਿਹਨਤ ਦੀ ਜਿਹੜੀ ਉਸ ਦੇ ਵਿੱਚ ਜ਼ਰੂਰਤ ਆ, ਤੇ ਜਿੱਦਾਂ ਤੁਸੀਂ ਦੱਸਿਆ ਵੀ ਗੁਰੂ ਮਹਾਰਾਜ ਫਿਰ ਨਾਲ ਆਪ ਸਹਾਈ ਹੋ ਕੇ ਇੱਥੇ ਤੱਕ ਜਿਹੜਾ ਉਹ ਪਹੁੰਚਾਉਂਦਾ ਆ। ਬਿਫੋਰ ਵੀ ਗੋ, ਮੈਂ ਇੱਕ ਚੀਜ਼ ਜਿਹੜੀ ਜ਼ਰੂਰ ਪੁੱਛਣਾ ਚਾਹੁੰਦਾ, ਜਿੱਦਾਂ ਤੁਸੀਂ ਕਿਹਾ ਵੀ ਕੋਈ ਵੀ ਜਾਣਾ, ਕੋਈ ਵੀ ਐਕਸਕਿਊਜ਼ ਜਿਹੜਾ ਉਹ ਬਣਾ ਸਕਦਾ ਵੀ ਇੱਦਾਂ ਆ ਉੱਦਾਂ ਨਹੀਂ। ਜਦੋਂ ਤੋਂ ਹੁਣ ਜਿਸ ਸੂਰਤ ਦੇ ਵਿੱਚ ਤੁਸੀਂ ਉਹ ਸਾਬਤ ਸੂਰਤ ਆ, ਤੁਸੀਂ ਸ਼ੁਰੂ ਤੋਂ ਹੀ ਇੱਦਾਂ ਦੇ, ਈਵਨ ਪੜ੍ਹਾਈ ਦੇ ਵਿੱਚ ਸਾਰਾ ਟਾਈਮ ਇਸ ਤਰੀਕੇ ਦੇ ਨਾਲ ਹੀ ਰਿਹਾ ਹੈ? If I'm being honest, Paji, I think so. ਸ਼ੁਰੂ ਦੇ ਤੋਂ ਹੀ it's always kind of been that way. ਹੂੰ, 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 Since we were kids. I think ਉਹ struggle ਦੇਖ ਕੇ ਮਾਂ ਪਿਓ ਦੀ ਉਹ ਵੀ ਪ੍ਰੈਸ਼ਰ ਜਿਹਾ ਬਣ ਗਿਆ ਕਿ ਵੀ ਨਹੀਂ ਜੀ ਵੀ ਹੁਣ ਅਸੀਂ ਕੁਝ ਕਰਨਾ ਆ। ਹੂੰ, ਹੂੰ, ਹੂੰ,
ਇਹ ਜਿਹੜਾ ਧੱਕਾ ਹੈ ਵੀ ਇਹ ਧੱਕਾ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ, ਹੁਣ ਕੁਝ ਸਾਨੂੰ ਕਰਨਾ ਪੈਣਾ। ਬਟ ਆਬਵੀਅਸਲੀ ਜ਼ਿੰਦਗੀ ਦੇ ਵਿੱਚ ਇਦਾਂ ਦੇ ਕਈ ਐਗਜ਼ਾਮਪਲ ਮਿਲਦੇ ਨੇ ਜੇ ਤੋਂ ਤੁਸੀਂ ਇੰਸਪੀਰੇਸ਼ਨ ਲੈ ਲੈਂਦੇ ਹੋ। ਯੂ نو ਆਬਵੀਅਸਲੀ ਲਾਈਕ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਦੋਂ ਅਸੀਂ ਕਹਾਣੀਆਂ ਜਾਂ ਸਾਖੀਆਂ ਜਾਂ ਇਤਿਹਾਸ ਅਸੀਂ ਸੁਣਦੇ ਹਾਂ, ਉਹ ਚੀਜ਼ ਇੰਸਪੀਰੇਸ਼ਨ ਮਿਲਦੀ ਆ। ਪਰ ਫਿਰ ਹੁਣ ਜਿਵੇਂ ਸਿੱਧੂ ਮੂਸੇਵਾਲੇ ਦੀ ਅਸੀਂ ਜਦੋਂ ਸਟੋਰੀ ਦੇਖਦੇ ਹਾਂ ਤੇ ਅਸੀਂ ਕਹਿ ਸਕਦੇ ਹਾਂ ਕਿ ਵੀ ਓਕੇ, ਇਹ ਉਹ ਚੀਜ਼ ਤੋਂ ਵੀ ਬੰਦੇ ਨੂੰ ਇੰਸਪੀਰੇਸ਼ਨ ਮਿਲਦੀ ਹੈ ਕਿ ਵੀ ਦੇਖੋ ਜੀ ਵੀ ਕਿੱਥੇ ਤੱਕ ਬੰਦਾ ਪਹੁੰਚ ਸਕਦਾ ਹੈ। ਸੋ ਥੀਸ ਥਿੰਗਸ ਆਲ ਹੈਲਪ ਅਲੋਂਗ ਦ ਵੇ। ਬਿਲਕੁਲ, ਧੰਨਵਾਦ ਨਵਰਾਜ ਸਿੰਘ ਰਾਏ ਜੀ, ਤੁਸੀਂ ਦੱਸਿਆ ਕਿ ਐਕਸੀਲੈਂਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ, ਪੰਜਾਬੀ ਰੇਡੀਓ USA ਦੇ ਉੱਤੇ, ਪੰਜਾਬੀ TV USA ਦੇ ਉੱਤੇ। ਤੇ ਇੱਕ ਵਾਰੀ ਫਿਰ ਸਾਰਿਆਂ ਵੱਲੋਂ ਅਸੀਂ ਤੁਹਾਨੂੰ ਬਹੁਤ ਬਹੁਤ ਵਧਾਈ ਭੇਟ ਕਰਦੇ ਹਾਂ ਤੇ ਮਹਾਰਾਜ ਅੱਗੇ ਹੀ ਅਰਦਾਸ ਕਰਦੇ ਹਾਂ ਵੀ ਇਸੇ ਤਰੀਕੇ ਦੇ ਨਾਲ ਆਪਣੇ ਹੋਰ ਵੀ ਜਿਹੜੇ ਨੌਜਵਾਨ, ਹੋਰ ਵੀ ਜਿਹੜੇ ਆ ਸਿੱਖ ਆ ਇੱਦਾਂ ਬੁਲੰਦੀਆਂ ਦੇ ਉੱਤੇ ਪਹੁੰਚਣ। ਤੇ ਤੁਸੀਂ ਇੰਸਪਾਇਰ ਕਰਦੇ ਆ ਆਉਣ ਵਾਲੀਆਂ ਜਨਰੇਸ਼ਨਸ ਨੂੰ, ਮੌਜੂਦਾ ਜਨਰੇਸ਼ਨਸ ਨੂੰ, ਵੀ ਆਪਾਂ ਇੱਥੇ ਤੱਕ ਜਿਹੜਾ ਉਹ ਪਹੁੰਚ ਸਕਦੇ ਹਾਂ। ਕੋਈ ਵੀ ਮਿਹਨਤ ਕਰੇ, ਕੈਪੇਬਿਲਿਟੀ ਜਿਹੜੀ ਉਹ ਰੱਖੇ, ਐਬਿਲਿਟੀ ਬਣਾਵੇ, ਤਾਂ ਕਾਮਯਾਬੀ ਉਹਦੇ ਪੈਰ 'ਚ ਹੁੰਦੀ ਆ। ਸੋ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਨਵਰਾਜ ਸਿੰਘ ਰਾਏ ਜੀ। ਜੱਜ ਸਾਹਿਬ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।